ਰਮਨ ਅੱਜ ਮਨ ਉਦਾਸ ਹੈ। ਅੱਜ ਦਿਲ ਨਹੀਂ ਕਰ ਰਿਹਾ ਸੀ ਕਿ ਆਪਾਂ ਇਹ ਸ਼ੋਅ ਕਰੀਏ ਜੀ। ਬਹੁਤ ਬੇਚੈਨੀ ਹੈ, ਬਹੁਤ ਉਦਾਸੀ ਦੇ ਨਾਲ ਇਸ ਮਹਿਸੂਸ ਐ ਹੋ ਰਿਹਾ ਕਿ ਰੋਈ ਜਾਈਏ ਬਸ। ਮੈਂ ਆਪਣੇ ਕੈਬਿਨ 'ਚ ਬੈਠਾ ਸੀ ਔਰ ਇੱਕਦਮ ਆ ਕੇ ਰੋਣ ਲੱਗ ਗਏ ਬਹੁਤ ਉੱਚੀ ਜੀ। ਔਰ ਮੈਨੂੰ ਨਹੀਂ ਸਮਝ ਆਇਆ ਕਿ ਕੀ ਹੋਇਆ, ਕਿ ਇੰਨਾ ਸੀਨੀਅਰ ਬੰਦਾ ਇਸ ਤਰ੍ਹਾਂ ਕੀ ਹੋਇਆ ਜੀ। ਔਰ ਫਿਰ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਦੀ ਦਿੱਲੀ ਦੇ ਵਿੱਚ ਆਕਸੀਜਨ ਨਾ ਮਿਲਣ ਕਰਕੇ ਮੌਤ ਹੋ ਗਈ। ਜੀ ਜੀ। ਹਸਪਤਾਲ ਨੇ ਦਾਖਲ ਹੀ ਨਹੀਂ ਕੀਤਾ ਰਮਨ। ਔਰ ਸਾਰਾ ਦਿਨ ਪਰਿਵਾਰ ਇਸ ਗੱਲ ਕਰਕੇ ਉਹਨਾਂ ਦਾ ਜਦੋਜਹਿਦ ਕਰਦਾ ਰਿਹਾ ਕਿ ਹਸਪਤਾਲ ਦਾਖਲ ਤਾਂ ਕਰ ਲੇ। ਅਸੀਂ ਵਾਰ-ਵਾਰ ਇਹ ਗੱਲ ਕਹੀ ਜਾਈਏ ਕਰੋਨਾ ਨਹੀਂ ਹੈ, ਬਿਮਾਰੀ ਨਹੀਂ ਹੈ, ਕੁਝ ਨਹੀਂ ਹੁੰਦਾ, ਪਿਛਲੇ ਸਾਲ ਕੁਝ ਨਹੀਂ ਹੋਇਆ, ਹੈ ਜਾਂ ਨਹੀਂ ਹੈ, ਇਸ ਗੱਲ ਦਾ ਤਾਂ ਇਹ ਕੋਈ ਨਤਾਰਾ ਕਰਨ ਦਾ ਟਾਈਮ ਨਹੀਂ ਹੈ, ਪਰ ਸਰਕਾਰ ਦੇ ਪ੍ਰਬੰਧ ਨਹੀਂ ਹੈ, ਇਹ ਮੈਂ ਯਕੀਨ ਨਾਲ ਕਹਿ ਸਕਦਾ। ਪਹਿਲਾਂ ਵੀ ਦੇਸ਼ 'ਚ ਗੰਭੀਰ ਬਿਮਾਰੀਆਂ ਦੇ ਨਾਲ ਮੌਤਾਂ ਹੁੰਦੀਆਂ ਜੀ। ਕੈਂਸਰ ਨਾਲ, ਫੇਫੜਿਆਂ ਦੀ ਬਿਮਾਰੀ ਕਰਕੇ, ਹੋਰ ਬਹੁਤ ਸਾਰੀਆਂ ਬਿਮਾਰੀਆਂ ਨਾਲ ਮੰਨ ਲੈਂਦੇ ਆ ਮੌਤਾਂ ਹੁੰਦੀਆਂ, ਪਰ ਜਿਹੜੀ ਮੌਤ ਸਰਕਾਰ ਦੀ ਕਮੀ ਕਰਕੇ ਹੋ ਰਹੀ ਆ, ਜੋ ਉਸ ਕ੍ਰਾਈਸਿਸ 'ਚ ਅਸੀਂ ਜਿਹੜੀ ਤੁਸੀਂ ਵੈਕਸੀਨੇਸ਼ਨ ਪਹਿਲਾਂ ਬਾਹਰਲੇ ਮੁਲਕਾਂ ਨੂੰ ਭੇਜ ਰਹੇ ਸੀ, ਤੁਹਾਡੀ ਇੰਨੀ ਅਸੈਸਮੈਂਟ ਨਹੀਂ ਸੀ ਵੀ ਆਉਣ ਵਾਲੇ ਦਿਨਾਂ 'ਚ ਸਾਨੂੰ ਲੋੜ ਪਊਗੀ ਤਾਂ ਅਸੀਂ ਕਿੱਥੋਂ ਲਿਆਵਾਂਗੇ। ਬਿਲਕੁਲ। ਮਸ਼ਹੂਰੀਆਂ ਇਹ ਕਰਾਈਆਂ ਗਈਆਂ ਕਿ ਵੈਕਸੀਨੇਸ਼ਨ ਲਵਾਓ, ਵੈਕਸੀਨੇਸ਼ਨ ਲਵਾਓ, ਵੈਕਸੀਨ ਕਿਉਂ ਨਹੀਂ ਲਵਾ ਰਹੇ? ਹੋਊਗੀ ਤਾਂ ਲਵਾਉਣਗੇ ਲੋਕ। ਸਰਕਾਰ ਦੀ ਨਾਕਾਮੀ ਨਹੀਂ, ਲੋਕ ਉਹ ਦੌਰ ਲਿਆ ਦੂਗੀ ਸਰਕਾਰ ਕਿ ਲੋਕਾਂ ਨੂੰ ਜੁੱਤੀਆਂ ਲਾ ਕੇ ਸਰਕਾਰਾਂ ਦੇ ਮਾਰਨੀਆਂ ਪੈਣੀਆਂ। ਆਖਰ ਲੋਕਾਂ ਦੇ ਲੱਗਣੇ ਆ ਟੀਕੇ। ਕੈਸੇ ਲੋਕ ਹੋ ਤੁਸੀਂ ਕੋਵਾ ਵੈਕਸੀਨ ਨਕਲੀ ਬਣਾ ਰਹੇ ਹੋ। ਉਸ ਮਾਹੌਲ ਦੇ ਵਿੱਚ ਜਦੋਂ ਦੁਨੀਆ ਤਰਾ ਕਰ ਰਹੀ ਹੈ, ਮੁਲਕ ਨਾਕਾਮ ਹੋ ਗਿਆ, ਪ੍ਰਧਾਨ ਮੰਤਰੀ ਰੈਲੀਆਂ ਕਰਦਾ ਰਹਿ ਗਿਆ ਤੁਹਾਡਾ ਬੰਗਾਲ ਦੇ ਵਿੱਚ। ਬਿਲਕੁਲ। ਦੇਸ਼ ਵੀ ਹਾਰਿਆ, ਬੰਗਾਲ ਵੀ ਹਾਰਿਆ ਉਹਨੇ, ਪਰ ਅੱਜ ਉਹ ਜਾ ਕੇ ਗੱਲ ਕਰ ਰਿਹਾ, ਅੱਜ ਗੱਲ ਕਰ ਰਿਹਾ ਪ੍ਰਧਾਨ ਮੰਤਰੀ, ਅੱਜ ਟਵੀਟ ਕਰਦੇ ਆ ਸ਼ਮਸ਼ਾਨ ਘਾਟ ਦੇ ਵਿੱਚ ਰਮਨ ਜੀ ਕਿ ਤੁਸੀਂ ਸੰਸਕਾਰ ਕਰ ਲਿਆ, ਉਸ ਤੋਂ ਬਾਅਦ 5 ਘੰਟੇ ਦਾ ਸਮਾਂ, ਫੁੱਲ ਚੁਗਣੇ ਆ, ਤੁਸੀਂ ਬਲਦੇ ਹੋਏ ਸਿਵੇ ਤੇ ਪਾਣੀ ਪਾਣ ਤੋਂ ਬਾਅਦ ਫੁੱਲ ਚੁਗੇ ਜਾ ਰਹੇ ਆ ਉੱਥੇ। ਮੈਂ ਆਪਣੀ ਦੁਕਾਨ ਅੱਜ ਬੰਦ ਕਰ ਦਿੰਨਾ, ਮੇਰਾ ਟਿਊਸ਼ਨ ਸੈਂਟਰ ਹੈ ਮੈਂ ਬੰਦ ਕਰ ਦਿੰਨਾ, ਮੈਂ ਨਹੀਂ ਖੋਲੂੰਗਾ, ਮੈਂ ਆਰਥਿਕ ਮੰਦਹਾਲੀ ਵੀ ਝੱਲ ਲੂੰਗਾ, ਮੈਂ ਤਨਖਾਹਾਂ ਵੀ ਔਖਾ ਸੌਖਾ ਆਪਦੇ ਮੁਲਾਜ਼ਮਾਂ ਨੂੰ ਦੇ ਦੂੰਗਾ, ਮੈਂ 3 ਮਹੀਨੇ ਜਿਹੜੀਆਂ ਬੈਂਕ ਦੀਆਂ ਕਿਸ਼ਤਾਂ ਉਹ ਵੀ ਭਰ ਦੂੰਗਾ ਰਮਨ, ਪਰ ਜਿੱਦਨ ਮੈਨੂੰ ਸਾਹ ਨਾ ਆਇਆ, ਮੈਨੂੰ ਆਕਸੀਜਨ ਚਾਹੀਦੀ ਹੈ। ਮੈਂ ਡਿਜ਼ਰਵ ਨਹੀਂ ਕਰਦਾ ਕਿ ਮੈਂ ਹਸਪਤਾਲ ਦੇ ਬਾਹਰ ਪਿਆ ਹੋਵਾਂ, ਮੇਰੀ ਘਰ ਵਾਲੀ ਜਾਂ ਮੇਰਾ ਪਿਤਾ ਜਾ ਕੇ ਅੰਦਰ ਇਹ ਮਿੰਤਾ ਕਰੇ ਵੀ ਹੱਥ ਜੋੜਦੇ ਆ, ਸਾਡਾ ਮਰੀਜ਼ ਬਾਹਰ ਹੈ, ਉਹਨੂੰ ਬੈੱਡ ਦੇ ਦਿਓ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਔਨ 에ਅਰ ਤੇ ਮੈਂ ਹਾਂ ਰਮਨ ਧੂਰ। ਇਸ ਵੇਲੇ ਕਰੋਨਾ ਮਹਾਮਾਰੀ ਦਾ ਬੇਹੱਦ ਭਿਆਨਕ ਰੂਪ ਜਿਹੜਾ ਭਾਰਤ ਦੇ ਪੂਰੇ ਦੇ ਸਾਹਮਣੇ ਆ, ਤੇ ਪੰਜਾਬ ਦੇ ਵਿੱਚ ਹਾਲਾਤ ਵੀ ਕੁਝ ਸੁਖਾਵੇਂ ਨਹੀਂ ਆ। ਲਗਾਤਾਰ ਦਿਨ ਬ ਦਿਨ ਮਹਾਮਾਰੀ ਜਿਹੜੀ ਵੱਧਦੀ ਜਾ ਰਹੀ ਆ ਤੇ ਲੋਕ ਆਪਣਿਆਂ ਨੂੰ ਗਵਾ ਰਹੇ ਨੇ। ਸਿਹਤ ਸਹੂਲਤਾਂ ਕਿਵੇਂ ਦੀਆਂ ਨੇ ਸਾਡੇ ਪੂਰੇ ਪੰਜਾਬ ਦੇ ਵਿੱਚ, ਪੂਰੇ ਭਾਰਤ ਦੇ ਵਿੱਚ, ਇਹ ਵੀ ਕਿਸ ਤੋਂ ਲੁਕਿਆ ਹੋਇਆ ਨਹੀਂ ਆ। ਇਹਨਾਂ तमाम ਚੀਜ਼ਾਂ ਦੇ ਉੱਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸਿਮਰਨਜੋਤ ਸਿੰਘ ਮੱਕੜ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਰਮਨ। ਸਰ, ਬਹੁਤ ਸਾਰੀਆਂ ਚੁਣੌਤੀਆਂ ਸਾਹਮਣੇ ਆ ਪਈਆਂ ਹੋਈਆਂ, ਹਾਲਾਂਕਿ ਕਾਰਨ ਕੋਈ ਵੀ ਰਹੇ ਹੋਣ, ਜ਼ਿੰਮੇਵਾਰ ਕੋਈ ਵੀ ਰਿਹਾ ਹੋਵੇ, ਇਸ ਵੇਲੇ ਲੋਕਾਂ ਨੂੰ ਵਿਸ਼ਵਾਸ ਕਰਨਾ ਜ਼ਰੂਰੀ ਕਿੰਨਾ ਹੈ ਕਿ ਕਿੰਨਾ ਭਿਆਨਕ ਰੂਪ ਜਿਹੜਾ ਸਾਡੇ ਸਾਹਮਣੇ ਆ ਚੁੱਕਿਆ ਹੋਇਆ। ਰਮਨ ਅੱਜ ਮਨ ਉਦਾਸ ਹੈ। ਅੱਜ ਦਿਲ ਨਹੀਂ ਕਰ ਰਿਹਾ ਸੀ ਕਿ ਆਪਾਂ ਇਹ ਸ਼ੋਅ ਕਰੀਏ ਜੀ। ਬਹੁਤ ਬੇਚੈਨੀ ਹੈ, ਬਹੁਤ ਉਦਾਸੀ ਦੇ ਨਾਲ ਇਸ ਮਹਿਸੂਸ ਐ ਹੋ ਰਿਹਾ ਕਿ ਰੋਈ ਜਾਈਏ ਬਸ। ਸਾਡੇ ਦਫ਼ਤਰ 'ਚ ਸਾਡੇ ਸਹਿਯੋਗੀ ਜਸਪ੍ਰੀਤ ਚਾਨਾ ਜੀ ਥੋੜੀ ਦੇਰ ਪਹਿਲਾਂ ਮੈਂ ਆਪਣੇ ਕੈਬਿਨ 'ਚ ਬੈਠਾ ਸੀ ਔਰ ਇੱਕਦਮ ਆ ਕੇ ਰੋਣ ਲੱਗ ਗਏ ਬਹੁਤ ਉੱਚੀ ਜੀ। ਔਰ ਮੈਨੂੰ ਨਹੀਂ ਸਮਝ ਆਇਆ ਕਿ ਕੀ ਹੋਇਆ, ਕਿ ਇੰਨਾ ਸੀਨੀਅਰ ਬੰਦਾ ਇਸ ਤਰ੍ਹਾਂ ਕੀ ਹੋਇਆ ਜੀ। ਔਰ ਫਿਰ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਦੀ ਦਿੱਲੀ ਦੇ ਵਿੱਚ ਆਕਸੀਜਨ ਨਾ ਮਿਲਣ ਕਰਕੇ ਮੌਤ ਹੋ ਗਈ ਜੀ ਜੀ। ਹਸਪਤਾਲ ਨੇ ਦਾਖਲ ਹੀ ਨਹੀਂ ਕੀਤਾ ਰਮਨ। ਔਰ ਸਾਰਾ ਦਿਨ ਪਰਿਵਾਰ ਇਸ ਗੱਲ ਕਰਕੇ ਉਹਨਾਂ ਦਾ ਜਦੋਜਹਿਦ ਕਰਦਾ ਰਿਹਾ ਕਿ ਹਸਪਤਾਲ ਦਾਖਲ ਤਾਂ ਕਰ ਲੇ। ਬਿਲਕੁਲ। 46 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੇ ਸਕੇ ਭਣਵਈਏ ਦੀ ਮੌਤ ਹੋ ਜਾਣੀ ਜੀ। ਉਸ ਘਟਨਾ ਨੇ, ਉਸ ਸਾਰੀ ਗੱਲਬਾਤ ਨੇ, ਔਰ ਉਹ ਰੋਂਦੇ ਹੋਏ ਕਹਿ ਰਹੇ ਸੀਗੇ ਕਿ ਲੋਕਾਂ ਦੀਆਂ ਖਬਰਾਂ ਕਰਦੇ ਸੀ, ਅੱਜ ਆਪ ਖਬਰ ਬਣ ਗਏ।
ਉਹਨੇ ਇੰਨਾ ਕੁ ਡੂੰਘਾ ਤੇ ਗਹਿਰਾ ਅਸਰ ਪਾਇਆ ਉਦੋਂ ਦਾ ਕਿ ਆਪਾਂ ਜਦੋਂ ਡਿਸਕਸ ਵੀ ਕਰ ਰਹੇ ਸੀ ਪਹਿਲਾਂ ਕਿ ਅੱਜ ਸ਼ੋਅ ਕਿਸ ਗੱਲ ਦੇ ਉੱਤੇ ਕਰੀਏ, ਤੇ ਮੈਂ ਤਾਂ ਸਹਿਜ ਸੁਭਾਏ ਤੁਹਾਨੂੰ ਆ ਕੇ ਕਿਹਾ ਕਿ ਰਮਨ ਸਾਨੂੰ ਕਰੋਨਾ ਤੇ ਸ਼ੋਅ ਕਰਨਾ ਚਾਹੀਦਾ ਹੈ। ਸਾਨੂੰ ਕਰੋਨਾ ਬਾਰੇ ਸਰਕਾਰ ਦੀਆਂ ਤਿਆਰੀਆਂ ਨਹੀਂ ਹੈਗੀਆਂ, ਸਾਨੂੰ ਇਹ ਦੱਸਣਾ ਪੈਣਾ ਲੋਕਾਂ ਨੂੰ। ਸਰਕਾਰ ਦੇ ਹੱਥ ਖੜੇ ਆ, ਸਾਨੂੰ ਇਹ ਦੱਸਣਾ ਪੈਣਾ। ਜਿਸ ਤਰ੍ਹਾਂ ਦਿੱਲੀ ਦੇ ਵਿੱਚ ਜੋ ਹਾਲਾਤ ਬਣੇ ਆ ਉਹ ਪੰਜਾਬ 'ਚ ਨਾ ਬਣ ਜਾਣ, ਸਾਨੂੰ ਇਹ ਲੋਕਾਂ ਨੂੰ ਦੱਸਣਾ ਪੈਣਾ ਹੈ ਜੀ। ਅਸੀਂ ਵਾਰ-ਵਾਰ ਇਹ ਗੱਲ ਕਹੀ ਜਾਈਏ ਕਰੋਨਾ ਨਹੀਂ ਹੈ, ਬਿਮਾਰੀ ਨਹੀਂ ਹੈ, ਕੁਝ ਨਹੀਂ ਹੁੰਦਾ, ਪਿਛਲੇ ਸਾਲ ਕੁਝ ਨਹੀਂ ਹੋਇਆ, ਹੈ ਜਾਂ ਨਹੀਂ ਹੈ, ਇਸ ਗੱਲ ਦਾ ਤਾਂ ਇਹ ਕੋਈ ਨਤਾਰਾ ਕਰਨ ਦਾ ਟਾਈਮ ਨਹੀਂ ਹੈ, ਪਰ ਸਰਕਾਰ ਦੇ ਪ੍ਰਬੰਧ ਨਹੀਂ ਹੈ, ਇਹ ਮੈਂ ਯਕੀਨ ਨਾਲ ਕਹਿ ਸਕਦਾ ਤੁਹਾਨੂੰ। ਬਿਲਕੁਲ ਜਦੋਂ ਕਹਿੰਦੇ ਆ ਕਿ ਆਪਣੇ ਘਰੇ ਸਿਵਾ ਬਲਦਾ ਹੈ ਨਾ, ਉਦੋਂ ਮਹਿਸੂਸ ਹੁੰਦਾ ਹੈ ਕਿ ਉਹ ਅੱਗ ਜਿਹੜੀ ਹੈ ਉਹ ਕਿੰਨੀ ਤੇਜ਼ ਹੁੰਦੀ ਹੈ। ਬਿਲਕੁਲ ਉਹ ਸਿਵਾ ਜਦੋਂ ਹੁਣ ਅੱਜ ਸਾਨੂੰ ਮਹਿਸੂਸ ਹੋ ਰਿਹਾ ਕਿ ਸਾਡੇ ਆਪਣੇ ਪਰਿਵਾਰ ਦਾ ਇੱਕ ਬੰਦਾ ਜਦੋਂ ਇਹ ਮਹਿਸੂਸ ਕਰ ਰਿਹਾ ਹੈ, ਅਸੀਂ ਇੱਕ ਸਾਰੇ ਪਰਿਵਾਰ ਆ ਜੀ। ਔਨ 에ਅਰ 'ਚ ਕੰਮ ਕਰਨ ਵਾਲਾ ਹਰ ਸ਼ਖਸ ਆਪਾਂ ਇੱਕ ਪਰਿਵਾਰ ਦੇ ਤੌਰ ਤੇ ਰਹਿੰਦੇ ਆ ਜੀ। ਤਾਂ ਜਦੋਂ ਇੱਕ ਬੰਦਾ ਇਸ ਤਰ੍ਹਾਂ ਧਾਹਾਂ ਮਾਰ ਕੇ ਰੋਇਆ ਕਿ ਉਹਦਾ ਪਰਿਵਾਰ ਉੱਜੜ ਗਿਆ, ਛੋਟੇ ਛੋਟੇ ਬੱਚੇ ਨੇ ਜੀ, ਔਰ ਉਹ ਵਾਰ-ਵਾਰ ਉਹਨਾਂ ਦਾ ਧਿਆਨ ਉਸ ਬੱਚਿਆਂ ਦੇ ਵੱਲ ਜਾ ਰਿਹਾ ਸੀਗਾ ਕਿ ਹੁਣ ਉਹਨਾਂ ਦਾ ਕੀ ਬਣੂਗਾ, ਉਹਨਾਂ ਬੱਚਿਆਂ ਦਾ। ਔਰ ਉਹ ਜਾਂਦੇ ਹੋਏ ਉਹ ਜਦੋਂ ਗਏ ਆ ਦਫ਼ਤਰ ਤੋਂ, ਤੇ ਮੈਨੂੰ ਜਾਂਦੇ ਹੋਏ ਕਹਿ ਕੇ ਗਏ ਕਿ ਆਪਾਂ ਬਹੁਤ ਲਾਈਟ ਲੈ ਰਹੇ ਹਾਂ, ਸਾਨੂੰ ਸੋਚਣਾ ਪਊਗਾ। ਉਸ ਗੱਲ ਦਾ ਇੰਨਾ ਡੂੰਘਾ ਅਸਰ ਹੈ ਰਮਨ। ਉਦੋਂ ਦਾ ਅਸੀਂ ਇਸ ਤੋਂ ਪਹਿਲਾਂ ਵੀ ਜਦੋਂ ਤਿਆਰੀ ਕਰ ਰਹੇ ਸੀ, ਕੈਮਰੇ ਸੈੱਟ ਹੋ ਰਹੇ ਸੀ, ਕੁਰਸੀਆਂ ਲੱਗ ਰਹੀਆਂ ਸੀ, ਤੁਸੀਂ ਇਸ ਤੋਂ ਪਹਿਲਾਂ ਮੇਰੇ ਨਾਲ ਗੱਲਾਂ ਕਰ ਰਹੇ ਸੀ, ਤਾਂ ਮੇਰਾ ਧਿਆਨ ਨਹੀਂ ਸੀ ਤੁਹਾਡੇ 'ਚ ਜੀ। ਮੈਂ ਹੁਣ ਵੀ ਇਹ ਸੋਚ ਰਿਹਾ ਕਿ ਉਹਨਾਂ ਤੇ ਪਰਿਵਾਰ ਤੇ ਕੀ ਬੀਤ ਰਹੀ ਹੈ। ਦੂਜੀ ਗੱਲ ਕੀ ਹੋਈ ਕਿ ਮੈਂ ਉਹਨਾਂ ਨੂੰ ਪੁੱਛਿਆ ਕਰੋਨਾ ਸੀ, ਕਹਿੰਦੇ ਨਹੀਂ ਰਿਪੋਰਟ ਨੈਗੇਟਿਵ ਹੈ। ਤਾਂ ਫਿਰ ਕੀ ਹੋਇਆ? ਕਹਿੰਦੇ ਸਾਹ ਨਹੀਂ ਆ ਰਿਹਾ ਸੀ। ਸਾਹ ਨਹੀਂ ਆ ਰਿਹਾ ਸੀ ਤਾਂ ਕੀ ਆਕਸੀਜਨ ਚਾਹੀਦੀ ਸੀ, ਆਕਸੀਜਨ ਦੀ ਕਮੀ ਨਾਲ ਮੌਤ ਹੋ ਗਈ। ਕੀ ਹੈ ਇਹ? ਕਰੋਨਾ ਹੈ, ਕਰੋਨਾ ਨਹੀਂ ਹੈ, ਇਹ ਨਹੀਂ ਪਤਾ। ਤਾਂ ਘੱਟੋ ਘੱਟ ਸਾਨੂੰ ਇਹ ਪਤਾ ਹੈ ਕਿ ਲੋਕ ਮਰ ਰਹੇ ਹੈ ਜੀ ਜੀ। ਇਸ ਗੱਲ ਦੀ ਬਹਿਸ ਨਾ ਕਰੋ, ਬਿਮਾਰੀ ਹੈ ਨਹੀਂ ਹੈ। ਬੜੇ ਬੜੇ ਵਿਦਵਾਨ ਡਾਕਟਰ ਵੀ ਅੱਜ ਕੁਛ ਇੱਕ ਡਾਕਟਰ ਦੀਆਂ ਮੈਂ ਵੀ ਇੱਕ ਇੰਟਰਵਿਊ ਕੀਤੀ ਸੀਗੀ, ਉਦੋਂ ਹੈਲਦੀ ਡਿਸਕਸ਼ਨ ਸੀ ਕਿ ਕੀ ਹੈ, ਕਿ ਕਿੱਥੋਂ ਤੱਕ ਵਾਜਬ ਹੈ, ਫਲੂ ਹੈ, ਵਾਕਈ ਹੈ, ਇਹ ਮੰਨਦੇ ਨੇ ਲੋਕ। ਡਾਕਟਰ ਮੰਨਿਆ ਕਿ ਫਲੂ ਤਾਂ ਹੈ ਜੀ, ਪਰ ਮਰਨ ਵਾਲਿਆਂ ਦੀ ਗਿਣਤੀ ਬਹੁਤ ਥੋੜੀ ਹੁੰਦੀ ਹੈ, ਇਹਦੇ 'ਚ ਘਬਰਾਓ ਨਾ ਜੀ। ਠੀਕ ਹੈ, ਅਸੀਂ ਨਹੀਂ ਘਬਰਾਉਂਦੇ। ਜੇ ਗੰਭੀਰ ਬਿਮਾਰੀ ਦੇ ਨਾਲ ਮੌਤ ਹੁੰਦੀ ਹੈ, ਮੰਨ ਲੈਂਦੇ ਆ ਕਿ ਇਸ ਤੋਂ ਪਹਿਲਾਂ ਵੀ ਦੇਸ਼ 'ਚ ਗੰਭੀਰ ਬਿਮਾਰੀਆਂ ਦੇ ਨਾਲ ਮੌਤਾਂ ਹੁੰਦੀਆਂ ਜੀ, ਕੈਂਸਰ ਨਾਲ, ਫੇਫੜਿਆਂ ਦੀ ਬਿਮਾਰੀ ਕਰਕੇ, ਹੋਰ ਬਹੁਤ ਸਾਰੀਆਂ ਬਿਮਾਰੀਆਂ ਨਾਲ ਮੰਨ ਲੈਂਦੇ ਆ ਮੌਤਾਂ ਹੁੰਦੀਆਂ। ਪਰ ਜਿਹੜੀ ਮੌਤ ਸਰਕਾਰ ਦੀ ਕਮੀ ਕਰਕੇ ਹੋ ਰਹੀ ਆ, ਜੋ ਉਸ ਕ੍ਰਾਈਸਿਸ 'ਚ ਆ ਅਸੀਂ ਇਸ ਗੱਲ ਨੂੰ ਸਮਝੀਏ, ਸਾਡੀਆਂ ਸਰਕਾਰਾਂ ਨਿਕੰਮੀਆਂ ਨੇ ਜੀ। ਸਰਕਾਰ ਦੇ ਹੱਥ ਖੜੇ ਨੇ, ਸਿਰਫ ਉਹਨਾਂ ਨੇ ਮਾਫ ਕਰਿਓ ਜੀ, ਤੁਹਾਨੂੰ ਇਹ ਯਕੀਨ ਦਿਵਾਉਣਾ ਕਿ ਅਸੀਂ ਬਹੁਤ ਕੰਮ ਕਰ ਰਹੇ ਹਾਂ। ਬਿਲਕੁਲ ਸਹੀ। ਜਿਸ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਹਰਲੇ ਮੁਲਕਾਂ ਨੂੰ ਵੈਕਸੀਨ ਦੇ ਰਹੇ ਸੀ, ਉਸ ਦਿਨ ਅਖਬਾਰਾਂ ਦੀਆਂ ਹੈਡਲਾਈਨਾਂ ਬਣੀਆਂ ਜੀ। ਫਿਰ ਕਹਿ ਦਿੰਦੇ ਆ ਕਈ ਸਾਡੇ ਸਾਥੀ ਮਿੱਤਰ ਕਿ ਤੁਸੀਂ ਮੀਡੀਆ ਵਾਲੇ ਹੋ ਕੇ ਮੀਡੀਆ ਬਾਰੇ ਬੋਲਦੇ ਹੋ, ਤੁਸੀਂ ਵੀ ਤਾਂ ਇੱਥੋਂ ਹੀ ਨਿਕਲੇ ਹੋ। ਉਹ ਸਾਰਾ ਮੀਡੀਆ ਵਾਹ-ਵਾਹ ਕਰ ਰਿਹਾ ਸੀਗਾ ਕਿ ਭਾਰਤ ਦੇ ਕਮਾਲ ਕਰਤੀ, ਸਾਡੇ ਮੁਲਕ ਨੇ ਤਾਂ ਬਾਹਰਲੇ ਮੁਲਕਾਂ ਨੂੰ ਵੈਕਸੀਨੇਸ਼ਨ ਦੇਤੀ ਜੀ। ਅੱਜ ਆਧਾਰ ਪੂਨਾਵਾਲਾ ਨੇ ਕਹਿਤਾ ਕਿ ਇੱਕਦਮ ਕਿਤੋਂ ਨਹੀਂ ਲਿਆ ਸਕਦੇ, ਅਸੀਂ ਇੰਨਾ ਪ੍ਰੈਸ਼ਰ ਕਿਵੇਂ ਝੱਲੀਏ ਕਿ ਅਸੀਂ ਇੰਨੀ ਵੈਕਸੀਨੇਸ਼ਨ ਕਿਵੇਂ ਤਿਆਰ ਕਰੀਏ ਜੀ। ਹੁਣ ਪ੍ਰਧਾਨ ਮੰਤਰੀ ਮੋਦੀ ਇਸ ਗੱਲ ਦਾ ਜਵਾਬ ਦੇਣ ਜੀ ਕਿ ਜਿਹੜੀ ਤੁਸੀਂ ਵੈਕਸੀਨੇਸ਼ਨ ਪਹਿਲਾਂ ਬਾਹਰਲੇ ਮੁਲਕਾਂ ਨੂੰ ਭੇਜ ਰਹੇ ਸੀ, ਤੁਹਾਡੀ ਇੰਨੀ ਅਸੈਸਮੈਂਟ ਨਹੀਂ ਸੀ ਵੀ ਆਉਣ ਵਾਲੇ ਦਿਨਾਂ 'ਚ ਸਾਨੂੰ ਲੋੜ ਪਊਗੀ ਤਾਂ ਅਸੀਂ ਕਿੱਥੋਂ ਲਿਆਵਾਂਗੇ। ਬਿਲਕੁਲ। ਪੰਜਾਬ ਦੇ ਵਿੱਚ ਵੈਕਸੀਨੇਸ਼ਨ ਡਰਾਈਵ ਸ਼ੁਰੂ ਨਹੀਂ ਹੁੰਦੀ, ਆ ਜਿਹੜੀ 1 ਮਈ ਤੋਂ ਹੋਣੀ ਸੀ। ਬਿਲਕੁਲ। ਸਰਕਾਰ ਕਹਿੰਦੀ ਹੈ ਸਾਡੇ ਕੋਲ ਹੋਵੇ ਘੱਟੋ ਘੱਟ 10 ਲੱਖ ਡੋਜ਼ਸ ਦਿਓ ਤਾਂ ਅਸੀਂ ਕਰੀਏ। ਬਿਲਕੁਲ। ਫਿਰ ਅੱਜ ਤੁਸੀਂ ਕਹਿ ਦਿੰਦੇ ਹੋ ਕਿ ਮਸ਼ਹੂਰੀਆਂ ਇਹ ਕਰਾਈਆਂ ਗਈਆਂ ਕਿ ਵੈਕਸੀਨੇਸ਼ਨ ਲਵਾਓ, ਵੈਕਸੀਨੇਸ਼ਨ ਲਵਾਓ। ਵੈਕਸੀਨ ਕਿਉਂ ਨਹੀਂ ਲਵਾ ਰਹੇ? ਹੋਊਗੀ ਤਾਂ ਲਵਾਉਣਗੇ ਲੋਕ, ਦੇਵੋਗੇ ਤਾਂ ਲਵਾਉਣਗੇ ਲੋਕ। ਕੱਲ ਹੀ ਕਿਸੇ ਦੋਸਤ ਜਿਹੜੇ ਹੈਗੇ ਉਹਨਾਂ ਨਾਲ ਗੱਲ ਹੋ ਰਹੀ ਸੀ ਕਿ ਅਸੀਂ ਘੱਟੋ ਘੱਟ ਦੱਸ ਰਹੇ ਸੀ ਕਿ 10 ਲੇਡੀਜ਼ ਗਈਆਂ ਔਰ 10 ਦੇ ਵਿੱਚੋਂ ਸਿਰਫ ਇੱਕ ਨੂੰ ਜਿਹੜੀ ਵੈਕਸੀਨੇਸ਼ਨ ਲੱਗੀ ਆ, ਬਾਕੀਆਂ ਨੂੰ ਵਾਪਸ ਆਉਣਾ ਪਿਆ। ਤੇ ਪਤਾ ਨਹੀਂ ਕਿੰਨੇ ਦਿਨ ਇਦਾਂ ਹੀ ਜਿਹੜੇ ਚੱਕਰ ਮਾਰਨੇ ਪੈਂਦੇ ਆ। ਉਹ ਵੀ ਤਾਂ ਇੱਕ ਕਿਤੇ ਨਾ ਕਿਤੇ ਵੱਡਾ ਰਿਸਕ ਆ ਨਾ ਕਿ ਲੋਕ ਜਿਹੜੇ ਇਕੱਠੇ ਹੋ ਕੇ ਹਸਪੀਟਲ ਜਾਂਦੇ, ਉੱਥੇ ਖੜਨਾ ਪੈਂਦਾ। ਪ੍ਰਬੰਧ ਸਾਨੂੰ ਪਤਾ ਹੀ ਆ। ਇਹਦੇ ਵਿੱਚ ਸਿਮਰਨ ਜੀ ਇੱਕ ਗੱਲ ਹੋਰ ਮੈਂ ਪੁੱਛਣਾ ਚਾਹੁੰਦੀ ਆ ਕਿ ਅੱਜ ਹੀ ਗੁਜਰਾਤ ਦੇ ਵਿੱਚ ਕੱਲ ਇੱਕ ਵੱਡਾ ਰੈਕਟ ਫੜਿਆ ਗਿਆ। ਜਿਹੜੀ ਡੋਜ਼ ਦੱਸ ਰਹੇ ਆ ਕਿ ਮਾਰਕੀਟ ਦੇ ਵਿੱਚ 899 ਰੁਪਏ ਦੀ ਇੱਕ ਕੋਈ ਸ਼ੀਸ਼ੀ ਪੈਂਦੀ ਆ,
30,000 ਦੇ ਵਿੱਚ ਵਿਕ ਰਹੀ ਹੈ ਤੇ ਉਹਨਾਂ ਨੇ 30,000 ਦੇ ਕਰੀਬ ਸਟicker ਔਰ 60-70,000 ਦੇ ਕਰੀਬ ਜਿਹੜੀਆਂ ਖਾਲੀ ਸ਼ੀਸ਼ੀਆਂ ਔਰ ਗਲੂਕੋਨ ਡੀ ਦੇ ਡੱਬੇ ਜਿਹੜੇ ਆ ਇਦਾਂ ਦੀਆਂ ਚੀਜ਼ਾਂ ਉੱਥੋਂ ਲਈਆਂ। ਇਹ ਇੱਕ ਬਹੁਤ ਵੱਡਾ ਧੋਖਾ ਹੋ ਰਿਹਾ ਲੋਕਾਂ ਨਾਲ। ਇੱਥੇ ਹੁਣ ਸਰਕਾਰ ਦੀ ਨਾਕਾਮੀ ਆ ਜਾਂ ਲੋਕ ਵਿਚਾਰੇ ਕਿਵੇਂ ਰੈਕਗਨਾਈਜ਼ ਕਰਨ, ਕਿਉਂਕਿ ਉਹਨਾਂ ਨੂੰ ਰਮਨ ਸਰਕਾਰ ਦੀ ਨਾਕਾਮੀ ਨਹੀਂ, ਲੋਕ ਉਹ ਦੌਰ ਲਿਆ ਦੂਗੀ ਸਰਕਾਰ ਕਿ ਲੋਕਾਂ ਨੂੰ ਜੁੱਤੀਆਂ ਲਾ ਕੇ ਸਰਕਾਰਾਂ ਦੇ ਮਾਰਨੀਆਂ ਪੈਣੀਆਂ ਜੀ। ਕੈਸੇ ਲੋਕ ਹੋ ਤੁਸੀਂ ਰੈਡਮੀਸਿਵਰ ਨਕਲੀ ਬਣਾ ਰਹੇ ਹੋ ਜੀ, ਆਖਰ ਲੋਕਾਂ ਦੇ ਲੱਗਣੇ ਹੋ ਟੀਕੇ। ਕੈਸੇ ਲੋਕ ਹੋ ਤੁਸੀਂ ਕੋਵਾ ਵੈਕਸੀਨ ਨਕਲੀ ਬਣਾ ਰਹੇ ਹੋ ਜੀ। ਜਿਹੜੀਆਂ ਫੈਕਟਰੀਆਂ 'ਚ ਬਣ ਰਹੀ ਹੈ ਉਹ ਮੁਨਾਫੇ ਵਾਸਤੇ, ਉਹ ਮਾਲਕ ਜਿਹੜੇ ਬੈਠੇ ਆ ਉਹਨਾਂ ਦੇ ਘਰਾਂ 'ਚ ਬੱਚੇ ਨਹੀਂ ਹੈਗੇ ਜੀ। ਜਿਹੜੇ ਲੋਕ ਉਹ ਸਪਲਾਈ ਕਰ ਰਹੇ ਆ ਕਿ ਉਹਨਾਂ ਦੇ ਘਰਾਂ 'ਚ ਬੱਚੇ ਨਹੀਂ ਹੈਗੇ ਕਿ ਜਦੋਂ ਭੀੜ ਪਊਗੀ ਉਹਨਾਂ ਦੇ ਵੀ ਉਹ ਟੀਕੇ ਠੋਕੋ। ਮੈਂ ਕਹਿੰਦਾ ਕਿ ਜਿਹੜੇ ਨਕਲੀ ਮੈਡੀਸਨ, ਨਕਲੀ ਰੈਡਮੀਸਿਵਰ, ਨਕਲੀ ਕੋਵਾ ਐਪ, ਮਾਫ ਕਰਨਾ ਕੋਵਾਸ਼ੀਲਡ ਜਾਂ ਜਿਹੜੀ ਵੈਕਸੀਨ ਬਣਾਈ ਹੈ ਉਹਨਾਂ ਨੂੰ ਸਜ਼ਾ ਹੀ ਇਹ ਦਿਓ ਕਿ ਉਹ ਸਾਰੇ ਟੀਕੇ ਉਹਨਾਂ ਦੇ ਠੋਕ ਦਿਓ ਤੁਸੀਂ ਜੀ। ਕੈਸੇ ਮੁਲਕ 'ਚ ਰਹਿੰਦੇ ਆ ਅਸੀਂ, ਕੈਸੇ ਲੋਕ ਆ ਅਸੀਂ। ਇਨਸਾਨੀਅਤ ਤੇ ਭੀੜ ਪਈ ਹੋਈ ਹੈ। ਬਿਲਕੁਲ। ਅੱਜ ਇੱਕ ਸ਼ਖਸ ਜਦੋਂ ਆਪਦੇ ਪਰਿਵਾਰ ਦਾ ਕੋਈ ਜੀ ਜਾਂਦਾ ਤਾਂ ਉਦੋਂ ਮਹਿਸੂਸ ਹੁੰਦਾ ਹੈ। ਖਬਰਾਂ ਦੇਣੀਆਂ ਬਹੁਤ ਸੌਖੀਆਂ ਨੇ ਰਮਨ ਜੀ। ਹਸਪਤਾਲਾਂ ਦੇ ਬਾਹਰ ਭੀੜ ਲੱਗੀ ਹੈ, ਗੁਰਦੁਆਰਿਆਂ ਦੇ ਬਾਹਰ ਪਾਈਪਾਂ ਲਾ ਕੇ ਲੋਕਾਂ ਨੂੰ ਆਕਸੀਜਨਾਂ ਦਿੱਤੀਆਂ ਜਾ ਰਹੀਆਂ, ਕਾਰਾਂ ਦੇ ਵਿੱਚ ਬੈਠੇ ਨੇ ਲੋਕ, ਉੱਥੇ ਆਕਸੀਜਨਾਂ ਦਿੱਤੀਆਂ ਜਾ ਰਹੀਆਂ। ਉਸ ਮਾਹੌਲ ਦੇ ਵਿੱਚ ਜਦੋਂ ਦੁਨੀਆ ਤਰਾ ਕਰ ਰਹੀ ਹੈ, ਮੁਲਕ ਨਾਕਾਮ ਹੋ ਗਿਆ, ਪ੍ਰਧਾਨ ਮੰਤਰੀ ਰੈਲੀਆਂ ਕਰਦਾ ਰਹਿ ਗਿਆ ਤੁਹਾਡਾ ਬੰਗਾਲ ਦੇ ਵਿੱਚ। ਬਿਲਕੁਲ। ਦੇਸ਼ ਵੀ ਹਾਰਿਆ, ਬੰਗਾਲ ਵੀ ਹਾਰਿਆ ਉਹਨੇ ਜੀ। ਔਰ ਅੱਜ ਉਹ ਜਾ ਕੇ ਗੱਲ ਕਰ ਰਿਹਾ ਪ੍ਰਧਾਨ ਮੰਤਰੀ ਅੱਜ ਟਵੀਟ ਕਰਦੇ ਆ ਕਿ ਜੋ ਹੁਣ ਅਸੀਂ ਪ੍ਰਬੰਧ ਕਰ ਰਹੇ ਆ ਉਹਦੇ ਨਾਲ ਬਹੁਤ ਫਰਕ ਪਊਗਾ, ਸਵਾਹ ਫਰਕ ਪਊਗਾ। 32-3500 ਬੰਦਾ ਰੋਜ਼ ਮਰ ਰਿਹਾ ਦੇਸ਼ ਦੇ ਵਿੱਚ ਕਰੋਨਾ ਕਰਕੇ, ਕਾਗਜ਼ਾਂ 'ਚ ਔਰ ਬਹੁਤ ਸਾਰੀਆਂ ਅਜਾਈ ਮੌਤਾਂ ਹੋਰ ਹੋ ਰਹੀਆਂ। ਮੌਤ ਹੋਣੀ ਅਟੱਲ ਹੈ, ਕੋਈ ਦੋ ਰਾਏ ਨਹੀਂ। ਇਹ ਪ੍ਰਮਾਤਮਾ ਨੇ ਜੀਵਨ ਦਿੱਤਾ ਤਾਂ ਮੌਤ ਹੋਣੀ ਹੈ, ਪਰ ਜੇ ਸਹੂਲਤਾਂ ਦੀ ਘਾਟ ਕਰਕੇ ਮੌਤ ਹੁੰਦੀ ਹੈ ਤਾਂ ਉਹ ਮੌਤ ਨਹੀਂ, ਉਹ ਕਤਲ ਹੈ ਰਮਨ। ਉਹ ਸਰਕਾਰਾਂ ਦੇ ਵੱਲੋਂ ਕੀਤਾ ਗਿਆ ਕਤਲ ਹੈ। ਔਰ ਪੰਜਾਬ ਵਾਲਿਆਂ ਨੂੰ ਬੇਨਤੀ ਹੈ ਬਹੁਤ ਹੱਥ ਜੋੜ ਕੇ, ਕਿਉਂਕਿ ਮੈਨੂੰ ਇਹ ਐਂਟੀਸਪੇਟ ਕਰ ਪਾ ਰਿਹਾ ਮੈਂ ਉਸ ਦਿਨ ਰਜਿੰਦਰਾ ਹਸਪੀਟਲ ਜਾ ਕੇ ਵੀ ਰਿਪੋਰਟ ਕਰਕੇ ਆਇਆ ਸੀ। ਬੜੀ ਪ੍ਰੋਬਲਮ ਹੁੰਦੀ ਹੈ ਸਰਕਾਰ ਨੂੰ ਜਦੋਂ ਤੁਸੀਂ ਸੱਚ ਦਿਖਾਉਣੇ ਹੋ ਜਾ ਕੇ, ਉਹਨਾਂ ਨੂੰ ਲੱਗਦਾ ਕਿ ਨਾ ਦੱਸੋ, ਢਕੋ ਗੱਲਾਂ ਨੂੰ। ਸਿਹਤ ਮੰਤਰੀ ਅੱਜ ਸਵੇਰੇ ਇੱਕ ਬਿਆਨ ਆਉਂਦਾ ਨਿੱਜੀ ਚੈਨਲ ਤੇ, ਉਹਨਾਂ ਨੂੰ ਲੱਗਦਾ ਕਿ ਲਾਕਡਾਊਨ ਲੱਗ ਜਾਣਾ ਚਾਹੀਦਾ। ਮੁੱਖ ਮੰਤਰੀ ਬਾਅਦ ਚ ਕਹਿੰਦੇ ਨਹੀਂ ਲੱਗ ਜਾਣਾ ਚਾਹੀਦਾ, ਕਿਉਂਕਿ ਕਾਰਨ ਇਹ ਹੈ ਕਿ ਲਾਕਡਾਊਨ ਲਾਉਣਾ ਨਾ ਲਾਉਣਾ ਡਿਬੇਟ ਹੈ। ਆਰਥਿਕ ਤੌਰ ਤੇ ਵੀ ਲੋਕਾਂ ਨੂੰ ਇਹਨਾਂ ਨੇ ਮਾਰਨਾ ਹੈ ਜੀ। ਕੋਈ ਆਰਥਿਕ ਸਹੂਲਤਾਂ ਥੋੜੀ ਦੇਣੀਆਂ। ਪਿਛਲੇ ਸਾਲ ਕੀ ਦੇਤਾ ਸਰਕਾਰਾਂ ਨੇ ਲੋਕਾਂ ਨੂੰ? ਕੁਝ ਵੀ ਨਹੀਂ। ਸਰਕਾਰਾਂ ਤੋਂ ਕੋਈ ਉਮੀਦ ਨਾ ਰੱਖੋ ਤੁਸੀਂ। ਆਪਣਾ ਧਿਆਨ ਤੁਹਾਨੂੰ ਆਪ ਰੱਖਣਾ ਪੈਣਾ ਹੈ, ਆਪਣੀ ਰੋਟੀ ਦਾ ਪ੍ਰਬੰਧ ਤੁਹਾਨੂੰ ਆਪ ਕਰਨਾ ਪੈਣਾ ਹੈ। ਇਹ ਮੰਨ ਕੇ ਚੱਲੋ ਕਿ ਆਉਣ ਵਾਲੇ 3 ਮਹੀਨੇ ਬਹੁਤ ਵਰਸ ਹੋ ਸਕਦੇ ਆ। ਆਪਣਾ ਪੈਸਾ ਜੋੜ ਕੇ ਰੱਖੋ, ਫालतू ਖਰਚਾ ਨਾ ਕਰੋ। ਆਪਣੇ ਘਰ ਦੇ ਵਿੱਚ ਉਹਨਾਂ ਕੁ ਰਾਸ਼ਨ ਸੰਭਾਲ ਕੇ ਰੱਖੋ ਜਿਹਦੇ ਨਾਲ ਸਾਦੀ ਰੋਟੀ ਖਾ ਕੇ ਤੁਸੀਂ ਅੱਗੇ ਗੁਜ਼ਾਰਾ ਕਰ ਸਕੋ। ਕੁਝ ਸਮੇਂ ਵਾਸਤੇ, ਅਗਲੇ 2-3 ਮਹੀਨਿਆਂ ਵਾਸਤੇ ਜੀਵਨ ਤਬਦੀਲੀ ਲੈ ਆਓ। ਬਹੁਤ ਸਿੰਪਲ ਹੋ ਜਾਓ ਜ਼ਿੰਦਗੀ ਦੇ ਵਿੱਚ ਔਰ ਇੱਕ ਦੂਜੇ ਦਾ ਸਾਥ ਦਿਓ। ਨਫ਼ਰਤਾਂ ਛੱਡੋ ਇਸ ਦੌਰ ਦੇ ਵਿੱਚ। ਜੋ ਦਿੱਲੀ 'ਚ ਵਾਪਰ ਰਿਹਾ, ਜਦੋਂ ਕਿਸੇ ਦਾ ਆਪਣਾ ਜੀ ਜਾ ਰਿਹਾ, 5 ਘੰਟੇ ਦਾ ਸਮਾਂ ਜਿਹੜਾ ਉਹ ਦਿੰਦੇ ਨੇ ਸ਼ਮਸ਼ਾਨ ਘਾਟ ਦੇ ਵਿੱਚ ਰਮਨ ਜੀ, ਕਿ ਤੁਸੀਂ ਸੰਸਕਾਰ ਕਰ ਲਿਆ, ਉਸ ਤੋਂ ਬਾਅਦ 5 ਘੰਟੇ ਦਾ ਸਮਾਂ ਫੁੱਲ ਚੁਗਣੇ ਆ। ਤੁਸੀਂ ਬਲਦੇ ਹੋਏ ਸਿਵੇ ਤੇ ਪਾਣੀ ਪਾਣ ਤੋਂ ਬਾਅਦ ਫੁੱਲ ਚੁਗੇ ਜਾ ਰਹੇ ਆ ਉੱਥੇ। ਔਰ ਉਹ ਜਿਵੇਂ ਅੰਗੀਠਾ ਇਕੱਠਾ ਕਰ ਲੈਂਦੇ, ਇੱਕ ਫੁੱਲ ਚੁਗਣਾ ਹੁੰਦਾ, ਫੁੱਲ ਚੁਗਣ ਦੀ ਇਜਾਜ਼ਤ ਨਹੀਂ ਹੈ ਜੀ। ਪੂਰਾ ਅੰਗੀਠਾ ਇਕੱਠਾ ਕਰਕੇ ਗੱਟੇ 'ਚ ਸਿੱਟਿਆ ਤੇ ਲੈ ਜਾਓ। ਆਪਣਾ ਨਹੀਂ ਲਿਜਾਓਗੇ ਉੱਥੇ ਥਾਂ ਨਹੀਂ ਹੈ। 5 ਘੰਟੇ ਬਾਅਦ ਉਹ ਕਈਆਂ ਦੇ ਨਾਲ ਇਕੱਠਾ ਕਰਕੇ ਪਾਸੇ ਮਾਰਨਗੇ ਚਲਾ ਕੇ। ਆਹ ਹਾਲਾਤ ਬਣੇ ਆ। ਇਹਨਾਂ ਹਾਲਾਤਾਂ 'ਚ ਲੋਕ ਨਕਲੀ ਵੈਕਸੀਨ ਬਣਾ ਰਹੇ ਆ। ਇਹਨਾਂ ਹਾਲਾਤਾਂ 'ਚ ਕੈਸੇ ਮਹਾਨ ਮੁਲਕ ਦੀ ਗੱਲ ਕਰਦੇ ਹੋ? ਮੇਰਾ ਭਾਰਤ ਮਹਾਨ ਹੈ। ਕਿਹੜੇ ਮਹਾਨਤਾ ਦੀ ਗੱਲ ਕਰ ਰਹੇ ਹੋ? ਸੱਚ ਇਹ ਹੈ, ਇਹ ਸੱਚ ਹੈ। ਅਸੀਂ ਕਰਪਟ ਮੁਲਕ ਦੇ ਵਾਸੀ ਹਾਂ ਜੀ। ਸਾਡੀਆਂ ਜ਼ਮੀਰਾਂ ਮਰੀਆਂ ਹੋਈਆਂ ਨੇ ਜੀ। ਅਸੀਂ ਫੋਕੀ ਟੌਰ ਦੇ ਲੋਕ ਹਾਂ। ਸਾਡਾ ਪ੍ਰਧਾਨ ਮੰਤਰੀ PR ਤੇ ਪੈਸਾ ਲਾ ਕੇ ਕਹਿ ਰਿਹਾ ਕਿ ਦੁਨੀਆ 'ਚ ਅਸੀਂ ਪਤਾ ਨਹੀਂ ਕੀ ਨਾਮ ਖੱਟ ਲਿਆ। ਅੱਜ ਆਪ ਨੂੰ ਵੈਕਸੀਨ ਦੀ ਲੋੜ ਹੈ ਤਾਂ ਪੱਲੇ ਨਹੀਂ ਹੈਗੀ ਜੀ। ਲੋਕਾਂ ਨੂੰ ਵੰਡਦੇ ਫਿਰਦੇ ਸੀ ਤੁਸੀਂ ਜੀ। ਇਸ ਹਾਲਾਤਾਂ 'ਚੋਂ ਗੁਜ਼ਰਨ ਵਾਲੇ ਆ। ਮੈਨੂੰ ਇਹ ਲੱਗਦਾ ਕਿ ਸਾਨੂੰ ਪੰਜਾਬ ਨੂੰ ਸੰਭਲਣਾ ਪਊਗਾ। ਅਸੀਂ ਬਹੁਤ ਅਗਰੈਸਿਵ ਨੇਚਰ ਦੇ ਲੋਕ ਆ ਜੀ। ਸਾਡੇ ਇੱਥੇ ਜੇ ਭੀੜ ਪੈ ਗਈ, ਖੁਦਾ ਨਾ ਖਾਸਤਾ ਸਾਡੇ ਇੱਥੇ ਆਕਸੀਜਨ ਦੀ ਲੋੜ ਪਈ ਤੇ ਨਾ ਹੋਈ ਤਾਂ ਇੱਥੇ ਦੇ ਹਾਲਾਤ ਦਿੱਲੀ ਤੋਂ ਬੱਤਰ ਹੋਣਗੇ। ਅਸੀਂ ਬਹੁਤ ਅਗਰੈਸਿਵ ਨੇਚਰ ਦੇ ਲੋਕ ਆ। ਬਿਲਕੁਲ ਸਹੀ। ਔਰ ਮੈਂ ਇਹ ਵੀ ਨਹੀਂ ਕਹਿ ਰਿਹਾ ਕਿ ਕੋਈ ਪੈਨਿਕ ਸਿਚੁਏਸ਼ਨ ਹੈ।
ਜਾਂ ਘਬਰਾਉਣ ਦੀ ਗੱਲ ਹੈ। ਮੈਨੂੰ ਪਤਾ ਅੱਜ ਨਹੀਂ ਹੈ ਸਿਚੁਏਸ਼ਨ ਜੀ, ਪਰ ਅਗਾਹ ਕਰ ਰਿਹਾ ਮੈਂ, ਮੈਨੂੰ ਲੱਗ ਰਿਹਾ, ਮੈਂ ਐਂਟੀਸਪੇਟ ਕਰ ਪਾ ਰਿਹਾ ਕਿ ਜੇ ਸਾਡੇ ਇੱਥੇ, ਕਿਉਂਕਿ ਸਾਡੀਆਂ ਤਿਆਰੀਆਂ ਨਹੀਂ ਹੈ ਜੀ, ਅੱਜ ਵੀ ਤਿਆਰੀ ਨਹੀਂ ਹੈ, ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਆਕਸੀਜਨ ਨਹੀਂ ਹੈ ਅੱਜ, ਬਿਲਕੁਲ ਨਹੀਂ ਹੈ। ਦੱਸੋ, ਤਾਂ ਇਹ ਵੀ ਇੱਕ ਬਹੁਤ ਵੱਡਾ ਐਸਪੈਕਟ ਹੈ। ਪ੍ਰੋਵਾਈਡ ਕਿਹਨੇ ਕਰਾਣੀ? ਜਿਹੜੀ ਮੈਡੀਕਲ ਫੈਸਿਲਿਟੀਜ਼ ਨੇ, ਚਾਹੇ ਉਹ ਪ੍ਰਾਈਵੇਟ ਹੋਵੇ ਚਾਹੇ ਸਰਕਾਰੀ ਹੋਵੇ। ਸਰਕਾਰ ਇਹ ਨਹੀਂ ਕਹਿ ਸਕਦੀ ਕਿ ਸਾਡੀ ਤਿਆਰੀ ਸੀ, ਪ੍ਰਾਈਵੇਟ ਦੀ ਜ਼ਿੰਮੇਵਾਰੀ ਅਸੀਂ ਕਿਵੇਂ ਲੈ ਸਕਦੇ ਹਾਂ। ਇਹ ਇੱਕ ਪੈਂਡੈਮਿਕ ਸਿਚੁਏਸ਼ਨ ਹੈ ਮੁਲਕ ਦੇ ਵਿੱਚ, ਆਮ ਹਾਲਾਤ ਨਹੀਂ ਹੈਗੇ ਜੀ ਜੀ। ਔਰ ਇਸ ਸਿਚੁਏਸ਼ਨ 'ਚ ਸਰਕਾਰਾਂ ਨੂੰ ਅੱਗੇ ਆਉਣਾ ਪੈਂਦਾ ਹੈ। ਆਕਸੀਜਨ ਦੇਣੀ ਸਰਕਾਰ ਦਾ ਕੰਮ ਹੈ, ਬਿਲਕੁਲ ਹੈ। ਮੈਡੀਕਲ ਫੈਸਿਲਿਟੀਆਂ ਦੇਣੀਆਂ ਇਹ ਸਰਕਾਰ ਦਾ ਕੰਮ ਹੈ, ਹਸਪਤਾਲਾਂ 'ਚ ਬੈੱਡ ਦੇਣਾ ਇਹ ਸਰਕਾਰ ਦਾ ਕੰਮ ਹੈ ਜੀ। ਚਾਹੇ ਸਾਡਾ ਕੰਮ ਕੀ ਹੈ? ਸਾਡਾ ਕੰਮ ਹੈ ਟੈਕਸ ਦੇਣਾ ਜੀ। ਔਰ ਹੁਣ ਤੁਸੀਂ ਇਹ ਸ਼ਾਇਦ ਸਵਾਲ ਕਰੋ ਜਾਂ ਬਹੁਤ ਲੋਕ ਇਹ ਸਵਾਲ ਕਰ ਦਿੰਦੇ ਰਮਨ ਕਿ ਟੈਕਸ ਕਿਹੜਾ ਹਰ ਕੋਈ ਦਿੰਦਾ ਹੈ। ਅੱਜ ਇਸ ਗੱਲ ਦਾ ਵੀ ਜਵਾਬ ਲਓ ਤੁਸੀਂ। ਜੀ ਜੀ। ਜ਼ਰੂਰੀ ਨਹੀਂ ਹੈ ITR ਦੀ ਰਿਟਰਨ ਭਰਨ ਵਾਲਾ ਟੈਕਸ ਭਰ ਰਿਹਾ ਹੈ, ਜੇ ਤੁਸੀਂ ਨਹੀਂ ਦੇ ਰਹੇ ਤਾਂ ਵੀ ਟੈਕਸ ਭਰ ਰਹੇ ਹੋ। ਬਿਲਕੁਲ ਭਰ ਰਹੇ ਹਾਂ। ਜੇ ਸਵੇਰੇ ਚਾਹ ਦਾ ਕੱਪ ਪੀਤਾ ਹੈ ਤਾਂ ਉਹਦੇ 'ਚ ਖੰਡ ਪਈ ਹੈ, ਪੱਤੀ ਪਈ ਹੈ, ਦੁੱਧ ਹੈ ਉਹਦੇ 'ਚ, ਉਹ ਸਾਰੀਆਂ ਚੀਜ਼ਾਂ ਟੈਕਸ ਕੱਟਣ ਤੋਂ ਬਾਅਦ ਮਿਲ ਗਈਆਂ, ਉਸ ਤੋਂ ਬਾਅਦ ਉਹ ਚਾਹ ਬਣੀ ਹੈ। ਪਾਣੀ ਦੀ ਬੋਤਲ ਵੀ ਜਿਹੜੀ ਖਰੀਦਦੇ ਉਹਦੇ ਤੇ ਵੀ ਟੈਕਸ ਪੈਂਦਾ ਪਿਆ ਹੈ। ਇੱਕ ਰਕਸ਼ੇ ਵਾਲਾ ਜਿਹੜਾ ਬਾਜ਼ਾਰ ਦੇ ਵਿੱਚੋਂ ਕੁਝ ਚੀਜ਼ ਖਰੀਦ ਕੇ ਖਾ ਰਿਹਾ, ਪਾਰਲੇ ਜੀ ਦਾ ਜੇ ਬਿਸਕੁਟ ਵੀ 2 ਰੁਪਏ ਦਾ ਖਾਂਦਾ, ਉਹਦੇ ਤੇ ਵੀ ਟੈਕਸ ਦੇ ਚੁੱਕਿਆ ਉਹ। ਬਿਲਕੁਲ ਦੇ ਚੁੱਕਿਆ, ਬਿਲਕੁਲ। ਤੁਹਾਨੂੰ ITR ਰਿਟਰਨ ਭਰਨ ਦੀ ਲੋੜ ਨਹੀਂ ਹੈ। ਇਹ ਇੱਕ ਕਿਹਾ ਜਾਂਦਾ ਮੁਲਕ ਦੇ ਵਿੱਚ ਜੀ ਕਿ ਬਹੁਤ ਸਾਰੇ ਜਿਹੜੇ ਹੁਣ ਸਰਕਾਰਾਂ ਦੇ ਹੱਕ 'ਚ ਬੋਲਣ ਵਾਲੇ ਪ੍ਰੋ ਲੋਕ ਹੁੰਦੇ ਆ, ਜਿਨ੍ਹਾਂ ਦੇ ਜਿਹੜੇ ਅੰਨੇ ਹੋ ਜਾਂਦੇ ਆ, ਸਿਰਫ ਇੱਕ ਪਾਸੜ ਚੱਲਣ ਵਾਲੇ ਲੋਕ, ਉਹ ਇਹ ਗੱਲ ਕਹਿੰਦੇ ਆ ਕਿ ਤੁਸੀਂ ਦੱਸੋ ਤੁਸੀਂ ਕਿਹੜਾ ਟੈਕਸ ਭਰਿਆ? ਤੁਸੀਂ ਟੈਕਸ ਭਰਿਆ। ਪੰਜਾਬ ਦਾ ਹਰ ਬੰਦਾ ਇਸ ਗੱਲ ਦਾ ਧਿਆਨ ਰੱਖੇ। ਜੇ ਕਦੇ ਸਵਾਲ ਆਵੇ ਤਾਂ ਜਵਾਬ ਇਹ ਤੁਹਾਡਾ ਹੋਣਾ ਚਾਹੀਦਾ ਹੈ ਕਿ ਮੈਂ ਅੱਜ ਰੋਟੀ ਖਾ ਕੇ ਆਇਆ ਸਵੇਰੇ, ਮੈਂ ਉਹਦੇ ਤੇ ਟੈਕਸ ਭਰਿਆ ਹੋਇਆ ਆਲਰੇਡੀ। ਜਿਹੜਾ ਆਟਾ ਪੈਕ ਕਰਕੇ, ਹੁਣ ਬਹੁਤ ਰਿਵਾਜ ਹੋ ਗਿਆ ਪੈਕਡ ਆਟਿਆਂ ਦਾ, ਉਸ ਹਾਂ, ਪਾਣੀ ਦੀ ਬੋਤਲ ਜੇ ਤੁਸੀਂ ਖਰੀਦੀ ਹੈ ਤੁਸੀਂ ਟੈਕਸ ਭਰਿਆ। ਚਾਹ ਪੀਤੀ ਹੈ ਤੁਸੀਂ, ਪੱਤੀ ਤੇ ਖੰਡ ਤੇ ਤੁਸੀਂ ਆਲਰੇਡੀ ਟੈਕਸ ਭਰਿਆ ਹੋਇਆ। ਹਰ ਚੀਜ਼ ਜਿਹੜੀ ਤੁਸੀਂ ਖਰੀਦੀ ਹੈ, ਅਸੀਂ ਆ ਬੈਠੇ ਆ ਕੁਰਸੀਆਂ ਖਰੀਦ ਕੇ ਲਿਆਏ ਸੀ, ਇਹਨਾਂ ਤੇ ਟੈਕਸ ਭਰਿਆ ਹੋਇਆ। ਹਰ ਚੀਜ਼ ਤੁਹਾਡੇ ਤੋਂ ਵਸੂਲੀ ਜਾਂਦੀ ਹੈ, ਐਂਡ ਕੰਜ਼ਿਊਮਰ ਤੋਂ ਟੈਕਸ ਲਿਆ ਜਾਂਦਾ ਹੈ। ਜਿਹੜਾ ਨਵਾਂ GST ਕਾਨੂੰਨ ਦੇ ਹਿਸਾਬ ਤੇ ਅਖੀਰ ਤੱਕ ਉੱਤੋਂ ਚੱਲਦਾ, ਜਿੱਥੋਂ ਬਣਦਾ, ਜਿੰਨੇ ਥਾਂ ਤੋਂ ਨਿਕਲਦਾ, ਅਖੀਰ ਤੱਕ ਉਹ ਵੈਲਿਊ ਐਡੀਸ਼ਨ ਹੁੰਦੀ ਹੈ ਤੇ ਆਖਰ ਤੇ ਜਾ ਕੇ ਤੁਸੀਂ ਟੈਕਸ ਭਰਦੇ ਹੋ। ਸਾਡਾ ਕੰਮ ਟੈਕਸ ਭਰਨਾ, ਅਸੀਂ ਭਰ ਰਹੇ ਹਾਂ। ਪ੍ਰਧਾਨ ਮੰਤਰੀ ਜੀ ਤੁਹਾਡਾ ਕੰਮ ਫੈਸਿਲਿਟੀ ਦੇਣਾ, ਤੁਸੀਂ ਨਹੀਂ ਦੇ ਸਕੇ। ਬਹੁਤ ਸਿੰਪਲ ਗੱਲ ਹੈ ਇਹ ਰਮਨ, ਬਹੁਤ ਸਾਫ਼ ਜੀ ਗੱਲ ਹੈ। ਅੱਜ ਸਰਕਾਰ, ਚਾਹੇ ਕੇਂਦਰ ਦੀ ਸਰਕਾਰ ਹੈ, ਉਹਦਾ ਫੇਲੀਅਰ ਹੈ। ਔਰ ਮੈਂ ਪੰਜਾਬ ਦੇ ਵਾਸਤੇ ਵੀ ਮੈਨੂੰ ਲੱਗ ਰਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਨੂੰ ਸਮਝਣਾ ਪਊਗਾ। ਸਾਨੂੰ ਸਿੰਪਲ ਹੋਣਾ ਪਊਗਾ ਅਗਲੇ 2-3 ਮਹੀਨੇ। ਸਾਨੂੰ ਪੈਨਿਕ ਨਹੀਂ ਕਰਨਾ। ਔਰ ਜਿਹੜੇ ਲੋਕਾਂ ਨੂੰ ਨਹੀਂ ਜ਼ਰੂਰਤ, ਕਿਰਪਾ ਕਰਕੇ, ਦਿੱਲੀ ਦੇ ਵਿੱਚ ਰਮਨ ਕੀ ਹੋਇਆ, ਬਹੁਤ ਸਾਰੇ ਲੋਕਾਂ ਨੇ ਪਹਿਲਾਂ ਬੈੱਡਸ ਬੁੱਕ ਕਰਾ ਲਏ, ਬਹੁਤ ਸਾਰੇ ਲੋਕਾਂ ਨੇ ਆਕਸੀਜਨ ਸਿਲੰਡਰ ਲਿਆ ਕੇ ਰੱਖ ਲਏ ਘਰਾਂ ਦੇ ਵਿੱਚ, ਜਿਹੜੇ ਉਹ ਕੰਸੈਂਟਰੇਟਰਸ ਨੇ ਉਹ ਖਰੀਦ ਕੇ ਆਪਣੇ ਕੋਲ ਰੱਖ ਲਏ ਕਿ ਜੇ ਸਾਨੂੰ ਦਿੱਕਤ ਹੋਈ ਤਾਂ ਵਰਤਾਂਗੇ। ਪਰ ਇਹ ਉਹਨਾਂ ਦੀ ਵੀ ਇਨਸਿਕਿਉਰਿਟੀ ਆ ਨਾ, ਸਰਕਾਰ ਨੇ ਇਨਸਿਕਿਉਰਿਟੀ ਖੜੀ ਇੰਨੀ ਕਰ ਦਿੱਤੀ ਕਿ ਕੋਈ ਡਰ ਆ ਆਪਦੇ ਸਾਹਮਣੇ ਮਰਦਿਆਂ ਨੂੰ ਦੇਖਣਾ, ਮਹਿਜ਼ ਆਕਸੀਜਨ ਦੇ ਲਈ ਲੋਕ ਮਰ ਰਹੇ ਆ। ਔਰ ਕੱਲ ਵੀ ਜਿਹੜੀ ਮੁੱਖ ਮੰਤਰੀ ਸਾਹਿਬ ਨੇ, ਪੰਜਾਬ ਦਿਆਂ ਨੇ ਇੱਕ ਬਿਆਨ ਦਿੱਤਾ ਸੀ। ਹਾਲਾਂਕਿ ਬਿਆਨ ਹਰ ਚੀਜ਼ ਦਾ ਸਵਾਲ ਦਾ ਜਵਾਬ ਜ਼ਰੂਰ ਮਿਲਦਾ, ਤੁਹਾਨੂੰ ਚੀਜ਼ ਮਿਲੇ ਨਾ ਮਿਲੇ ਇਹ ਇੱਕ ਲੈਦੀ ਗੱਲ ਆ। ਉਹਨਾਂ ਨੇ ਕਹਿ ਦਿੱਤਾ ਸੀਗਾ ਕਿ ਪ੍ਰਾਈਵੇਟ ਜਿਹੜੇ ਹਸਪੀਟਲ ਹੈਗੇ ਆ ਉਹਨਾਂ ਦੀ ਐਂਬੂਲੈਂਸਾਂ ਨੂੰ ਜਿਹੜੀ ਆ ਪ੍ਰੋਵਾਈਡ ਕੀਤੀ ਜਾਊਗੀ, ਤੁਸੀਂ ਆਪਣੇ ਬੈੱਡ ਵਧਾ ਦਿਓ, ਅਸੀਂ ਆਕਸੀਜਨ ਪ੍ਰੋਵਾਈਡ ਕਰਾਂਗੇ। ਮਿਲਦੀ ਨਹੀਂ ਮਿਲਦੀ ਉਹ ਲੈਦੀ ਗੱਲ ਆ। ਪਰ ਸਿਮਰਨ ਸਰ, ਹੁਣ ਮੈਂ ਇਹ ਜਾਣਨਾ ਚਾਹੁੰਦੀ ਹਾਂ ਕਿ ਲੋਕਡਾਊਨ ਜਿਹੜਾ ਸਰਕਾਰ ਹੁਣ ਹੌਲੀ ਦੇਖ ਰਹੇ ਹਾਂ ਕਿ ਵਧ ਹੀ ਰਹੀ ਆ। ਪਹਿਲਾਂ ਵੀਕਐਂਡ ਤੇ ਸੀਗਾ, ਆਰਥਿਕ ਤੌਰ ਤੇ ਸ਼ਾਇਦ ਪਰੇਸ਼ਾਨ ਆ ਲੋਕ ਮੰਨਣ ਨੂੰ ਵੀ ਤਿਆਰ ਨਹੀਂ, ਕਿਉਂਕਿ ਪਿਛਲੀ ਵਾਰੀ ਬਹੁਤ ਨੁਕਸਾਨ ਹੋਇਆ ਲੋਕਾਂ ਦਾ। ਹੁਣ ਜੇ ਉਹ ਲੋਕਡਾਊਨ ਵੱਲ ਨੂੰ ਵੱਧਦੀ ਆ ਸਰਕਾਰ, ਲੋਕ ਪਾਲਣ ਕਰ ਵੀ ਲੈਣਗੇ ਚਲੋ, ਪਰ ਜਿਹੜੇ ਬਿਮਾਰ ਆ, ਜਿਨ੍ਹਾਂ ਨੂੰ ਸਿਹਤ ਸਹੂਲਤਾਂ ਦੀ ਜ਼ਰੂਰਤ ਆ, ਉਹ ਨਿਕਲਣਗੇ ਘਰਾਂ ਤੋਂ ਬਾਹਰ, ਤੇ ਘਰਾਂ ਤੋਂ ਬਾਹਰ ਤਾਂ ਫਿਰ ਹਸਪਤਾਲਾਂ ਦੇ ਵਿੱਚ ਜਾਣਾ ਹੁੰਦਾ। ਉਹ ਬੇਹੱਦ ਵੱਡੀ ਇੱਕ ਕਨਫਿਊਜ਼ਨ ਵਾਲੀ ਸਥਿਤੀ ਆ। ਦੇਖੋ, ਇੱਕ ਗੱਲ ਸਾਫ਼ ਹੈ, ਲੋਕ ਜਿਸ ਤਰ੍ਹਾਂ ਸਰਕਾਰ ਕਹਿੰਦੀ ਹੈ, ਚਾਹੇ ਲੋਕ ਚੰਗਾ ਬੋਲਣ ਮਾੜਾ ਬੋਲਣ, ਲੋਕ ਤਾਂ ਮੰਨਦੇ ਆ। ਪਿਛਲੇ ਸਾਲ ਵੀ ਲੋਕਾਂ ਨੇ ਮੰਨਿਆ ਜੀ। ਤੁਸੀਂ ਜੇ ਘਰਾਂ 'ਚ ਤਾੜੇ ਸੀ, ਉਹ ਬੈਠੇ ਰਹੇ ਘਰਾਂ 'ਚ, ਬਿਲਕੁਲ ਬੈਠੇ ਰਹੇ। ਤੁਸੀਂ ਫੈਸਿਲਿਟੀਆਂ ਨਹੀਂ ਦਿੱਤੀਆਂ, ਉਹ ਚੁੱਪ ਰਹੇ। ਤੁਸੀਂ ਕਿਹਾ ਸੀ ਕਿ ਬੈਂਕ ਵਿਆਜਾਂ ਨਹੀਂ ਮੰਗੂ, ਉਹਨਾਂ ਨੇ ਵਿਆਜਾਂ ਵੀ ਭਰਤੀਆਂ। ਉਹਨਾਂ ਦੇ ਤੁਸੀਂ ਕੰਮ ਬੰਦ ਕਰਾਤੇ, ਉਹ ਚੁੱਪ ਰਹੇ। ਜਿਮ ਬੰਦ ਰਹੇ ਕਿੰਨਾ ਚਿਰ, ਸਿਨੇਮਾਜ਼ ਬੰਦ ਰਹੇ, ਟਿਊਸ਼ਨ ਸੈਂਟਰ ਬੰਦ ਰਹੇ, ਲੋਕ ਚੁੱਪ ਰਹੇ ਆ। ਤੁਸੀਂ ਫਿਰ ਬੰਦ ਕਰਤੇ, ਉਹ ਫਿਰ ਘਰਾਂ 'ਚ ਬੈਠ ਗਏ। ਉਹ ਵਿਰੋਧ ਤੇ ਵਿਦਰੋਹ ਨਹੀਂ ਕਰ ਰਹੇ। ਇਹ ਉਦੋਂ ਤੱਕ ਨਹੀਂ ਕਰ ਰਹੇ ਜਦੋਂ ਤੱਕ ਜਾਨ ਸੁਰੱਖਿਅਤ ਹੈ। ਪੰਜਾਬ ਦੇ ਲੋਕ ਸਿਰੜੀ ਨੇ, ਉਹਨਾਂ ਨੂੰ ਪਤਾ ਠੀਕ ਹੈ 3 ਮਹੀਨੇ ਜੇ ਇੱਕ ਹਿਊਮੈਨਿਟੇਰੀਅਨ ਕਾਜ਼ ਪਿੱਛੇ ਬੈਠੇ ਆ, ਕੋਈ ਗੱਲ ਨਹੀਂ, ਅਸੀਂ ਕਮਾ ਲਾਂਗੇ ਬਾਅਦ ਦੇ ਵਿੱਚ, ਇਨਸਾਨੀਅਤ ਬਚੇ। ਪਰ ਘੱਟੋ ਘੱਟ
ਸਰਕਾਰਾਂ ਤੋਂ ਇਹ ਉਮੀਦ ਰੱਖਦੇ ਆ ਕਿ ਜਦੋਂ ਸਾਨੂੰ ਲੋੜ ਪਊਗੀ, ਮੈਂ ਆਪਣੀ ਦੁਕਾਨ ਅੱਜ ਬੰਦ ਕਰ ਦਿੰਨਾ, ਮੇਰਾ ਟਿਊਸ਼ਨ ਸੈਂਟਰ ਹੈ ਮੈਂ ਬੰਦ ਕਰ ਦਿੰਨਾ, ਮੈਂ ਨਹੀਂ ਖੋਲੂੰਗਾ, ਮੈਂ ਆਰਥਿਕ ਮੰਦਹਾਲੀ ਵੀ ਝੱਲ ਲੂੰਗਾ, ਮੈਂ ਤਨਖਾਹਾਂ ਵੀ ਔਖਾ ਸੌਖਾ ਆਪਦੇ ਮੁਲਾਜ਼ਮਾਂ ਨੂੰ ਦੇ ਦੂੰਗਾ, ਮੈਂ 3 ਮਹੀਨੇ ਜਿਹੜੀਆਂ ਬੈਂਕ ਦੀਆਂ ਕਿਸ਼ਤਾਂ ਉਹ ਵੀ ਭਰ ਦੂੰਗਾ ਰਮਨ। ਪਰ ਜਿੱਦਨ ਮੈਨੂੰ ਸਾਹ ਨਾ ਆਇਆ, ਮੈਨੂੰ ਆਕਸੀਜਨ ਚਾਹੀਦੀ ਹੈ ਜੀ, ਜੋ ਤੁਸੀਂ ਕਿਹਾ ਮੈਂ ਉਹ ਕੀਤਾ ਹੈ ਜੀ, ਮੇਰੀ ਡਿਊਟੀ ਜੋ ਲਾਈ ਇੱਕ ਮੋਰਲ ਗਰਾਊਂਡਸ ਦੇ ਉੱਤੇ ਮੈਂ ਉਹ ਨਿਭਾਈ ਹੈ। ਪਰ ਜਿੱਦਨ ਮੈਨੂੰ ਲੋੜ ਪਊਗੀ, ਮੈਨੂੰ ਹਸਪੀਟਲ 'ਚ ਬੈੱਡ ਚਾਹੀਦਾ ਹੈ, ਜਿੱਦਨ ਮੈਨੂੰ ਲੋੜ ਪਊਗੀ, ਮੇਰੇ ਫੇਫੜੇ ਸਾਥ ਨਹੀਂ ਦੇਣਗੇ, ਮੈਨੂੰ ਆਕਸੀਜਨ ਚਾਹੀਦੀ ਹੈ। ਮੈਂ ਡਿਜ਼ਰਵ ਨਹੀਂ ਕਰਦਾ ਕਿ ਮੈਂ ਹਸਪਤਾਲ ਦੇ ਬਾਹਰ ਪਿਆ ਹੋਵਾਂ, ਮੇਰੀ ਘਰਵਾਲੀ ਜਾਂ ਮੇਰਾ ਪਿਤਾ ਜਾ ਕੇ ਅੰਦਰ ਇਹ ਮਿੰਤਾ ਕਰੇ ਵੀ ਹੱਥ ਜੋੜਦੇ ਆ ਸਾਡਾ ਮਰੀਜ਼ ਬਾਹਰ ਹੈ ਉਹਨੂੰ ਬੈੱਡ ਦੇ ਦਿਓ। ਮੈਂ ਡਿਜ਼ਰਵ ਨਹੀਂ ਕਰਦਾ ਕਿ ਮੇਰੀ ਉੱਥੇ ਪਏ ਦੀ ਬਿਨਾਂ ਆਕਸੀਜਨ ਤੋਂ ਮੌਤ ਹੋ ਜੇ ਤੇ ਮੇਰੇ ਬੱਚੇ ਪਿੱਛੋਂ ਰੁਲਣ ਸਾਰੀ ਉਮਰ, ਤੇ ਉਹਨਾਂ ਨੂੰ ਇਹ ਦੱਸਿਆ ਜਾਵੇ ਆਉਣ ਵਾਲੇ ਸਾਲਾਂ ਦੇ ਵਿੱਚ ਕਿ ਤੇਰਾ ਪਿਤਾ ਹਸਪਤਾਲ ਦੇ ਬਾਹਰ ਪਿਆ ਮਰ ਗਿਆ ਸੀ ਕਿਉਂਕਿ ਸਰਕਾਰ ਆਕਸੀਜਨ ਨਹੀਂ ਦੇ ਸਕੀ ਜੀ। ਮੈਂ ਨਾਗਰਿਕ ਹਾਂ ਇਸ ਮੁਲਕ ਦਾ ਜੀ, ਔਰ ਸਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਤੁਸੀਂ ਜਦੋਂ ਕਵਰੇਜ ਵਾਸਤੇ ਜਾਂਦੇ ਹੋ ਤੁਹਾਨੂੰ ਕਹਿ ਦਿੱਤਾ ਜਾਂਦਾ ਕਿ ਤੈਨੂੰ 3200 ਮੌਤਾਂ ਦਿਖਦੀਆਂ, 3 ਲੱਖ ਠੀਕ ਹੋਏ ਨਹੀਂ ਦਿਸੇ। ਬਿਲਕੁਲ ਇਦਾਂ ਸੁਣਨ ਨੂੰ ਮਿਲਦਾ, ਠੀਕ ਹੋਏ ਨਹੀਂ ਦਿਸੇ। ਉਸ ਦੀ ਜੇ ਤੁਸੀਂ ਵਡਿਆਈ ਲੈਂਦੇ ਹੋ ਤੇ ਮੌਤਾਂ ਦੀ ਵੀ ਫਿਰ ਜ਼ਿੰਮੇਵਾਰੀ ਲਓ। ਬਿਲਕੁਲ ਜੇ ਤੁਸੀਂ ਇਹ ਕਹਿੰਦੇ ਹੋ ਕਿ 3 ਲੱਖ ਠੀਕ ਕੀਤਾ, ਉਹ ਤੁਸੀਂ ਕੀਤਾ, ਤੇ ਜਿਹੜੀ ਮੌਤ ਹੋਈ ਉਹ ਕੁਦਰਤ ਵੱਲੋਂ ਹੋਈ, ਫਿਰ ਇਹ ਐਕਸੈਪਟ ਨਹੀਂ ਕੀਤਾ ਜਾਊਗਾ। ਔਰ 3200 3500 ਮੌਤ ਕੁਝ ਵੀ ਨਹੀਂ ਹੈ, ਇੰਨੇ ਇਨਸੈਂਸਿਟਿਵ ਹੋ ਤੁਸੀਂ ਜੀ। ਹਸਪਤਾਲ ਦੇ ਬਾਹਰ ਪਿਆ ਬੰਦਾ ਮਰ ਜੇ, ਤੁਸੀਂ ਇੰਨੇ ਇਨਸੈਂਸਿਟਿਵ ਹੋ ਕਿ ਤੁਹਾਨੂੰ ਲੱਗਦਾ ਕਿ ਠੀਕ ਹੈ ਨਹੀਂ ਸੀਗੀ ਫੈਸਿਲਿਟੀ। ਹਸਪਤਾਲ ਦੇ ਡਾਕਟਰ ਮਰ ਗਏ, ਬਤਰਾ ਹਸਪੀਟਲ ਟ੍ਰੈਂਡਿੰਗ ਦੇ ਵਿੱਚ ਰਿਹਾ, ਉਹ ਦੁਨੀਆ ਨੇ ਉਹਦੀ ਚਰਚਾ ਕੀਤੀ, ਥੂ ਹੋ ਗਈ ਮੁਲਕ ਦੀ। ਇੱਕ ਡਾਕਟਰ ਮਰ ਜਾਂਦਾ ਜੀ, ਆਕਸੀਜਨ ਨਹੀਂ ਮਿਲਦੀ। ਔਰ ਤੁਹਾਡੇ ਯਾਦ ਹੋਣਾ ਯੂਪੀ ਜਦੋਂ ਇੱਕ ਆਕਸੀਜਨ ਨਾ ਮਿਲਣ ਕਰਕੇ ਹਸਪਤਾਲਾਂ 'ਚ ਬੱਚਿਆਂ ਦੀ ਮੌਤ ਹੋਈ ਸੀ, ਤਾਂ ਉਸ ਡਾਕਟਰ ਨੂੰ ਜੇਲ੍ਹ ਕਰ ਦਿੱਤਾ ਗਿਆ ਤੇ ਫਿਰ ਉਹ ਬਾਅਦ ਦੇ ਵਿੱਚ ਉਹ ਬਾਹਰ ਆਉਂਦਾ ਹੈ ਔਰ ਜ਼ਿੰਦਗੀ ਉਹਦੀ ਬਦਲ ਜਾਂਦੀ ਹੈ, ਕਿਸ ਤਰ੍ਹਾਂ ਉਹਦੇ ਹਾਲਾਤ ਰਹਿੰਦੇ ਆ। ਤੁਸੀਂ ਅੱਜ ਦੀ ਗੱਲ ਕਰਦੇ ਹੋ, ਆਕਸੀਜਨ ਤਾਂ ਉਦੋਂ ਵੀ ਤੁਹਾਡੇ ਕੋਲ ਨਹੀਂ ਸੀਗੀ। ਬਿਲਕੁਲ। ਔਰ ਇਹ ਕਦੇ ਵੀ ਪ੍ਰਾਇੋਰਟੀ ਮੈਡੀਕਲ ਸਹੂਲਤਾਂ ਤੁਹਾਡੀ ਪ੍ਰਾਇੋਰਟੀ ਹੀ ਨਹੀਂ ਰਹੀ। ਤੁਹਾਡੀ ਪ੍ਰਾਇੋਰਟੀ ਰਹੀ ਕਿ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਹੈ, ਤੁਹਾਡੀ ਪ੍ਰਾਇੋਰਟੀ ਰਹੀ ਕਿ ਅਸੀਂ ਕਸ਼ਮੀਰ ਨੂੰ ਡੱਕ ਲੈਣਾ ਹੈ, ਤੁਹਾਡੀ ਪ੍ਰਾਇੋਰਟੀ ਰਹੀ ਕਿ ਅਸੀਂ ਪਾਕਿਸਤਾਨ ਨੂੰ ਗਾਲਾਂ ਕੱਢ ਕੇ ਲੋਕਾਂ ਨੂੰ ਇਹ ਦਿਖਾਉਣਾ ਕਿ ਦੇਖੋ ਅਸੀਂ ਬਹੁਤ ਕੁਝ ਕਰ ਰਹੇ ਹਾਂ, ਤੁਹਾਡੀ ਪ੍ਰਾਇੋਰਟੀ ਰਹੀ ਕਿ ਅਸੀਂ तीन ਤਲਾਕ ਲੈ ਕੇ ਆਉਣਾ ਔਰ ਅਸੀਂ ਦੱਸਣਾ ਕਿ ਅਸੀਂ ਔਰਤਾਂ ਵਾਸਤੇ ਬਹੁਤ ਕੁਝ ਕੀਤਾ ਹੈ। ਤੁਹਾਡੀ ਪ੍ਰਾਇੋਰਟੀ ਕਦੇ ਵੀ ਸਿਹਤ ਸਹੂਲਤਾਂ ਤੇ ਸਿੱਖਿਆ ਨਹੀਂ ਰਹੀ। ਬਿਲਕੁਲ। ਤੁਸੀਂ ਕਦੇ ਵੀ ਨਹੀਂ ਮੁਲਕ ਵਾਸਤੇ ਸੋਚਿਆ। ਜੇ ਅੱਜ ਸੋਚਿਆ ਹੁੰਦਾ ਤਾਂ ਤੁਹਾਡੇ ਹਾਲਾਤ ਨਹੀਂ ਹੋਣੇ ਸੀ। ਤੁਹਾਨੂੰ ਲੋਕ ਇਹ ਗੱਲ ਨਾ ਕਹਿੰਦੇ ਕਿ ਹੁਣ ਦਾੜੀ ਕਟਾ ਦਿਓ ਆਪਣੀ ਜੀ, ਲੋਕ ਇੱਜ਼ਤ ਕਰਦੇ, ਰਿਸਪੈਕਟ ਕਰਦੇ। ਮਨਮੋਹਨ ਸਿੰਘ ਦੀ ਸਰਕਾਰ ਰਹੀ, ਅਟਲ ਬਿਹਾਰੀ ਵਾਜਪਾਈ ਦੀ, ਇਸ ਤੋਂ ਪਹਿਲਾਂ ਬੀਜੇਪੀ ਦੀ ਅਟਲ ਬਿਹਾਰੀ ਵਾਜਪਾਈ ਦੀ ਵੀ ਸਰਕਾਰ ਰਹੀ। 100 ਕਮੀਆਂ ਹੋ ਸਕਦੀਆਂ ਲੇਕਿਨ ਅਟਲ ਬਿਹਾਰੀ ਵਾਜਪਾਈ ਨੂੰ ਕਦੇ ਕਿਸੇ ਨੇ ਇਸ ਤਰੀਕੇ ਨਾਲ ਭੰਡਿਆ ਨਹੀਂ ਹੈ। ਉਹੀ ਬੀਜੇਪੀ ਹੈ। ਸਵਾਲ ਕਿਸੇ ਨੂੰ ਬੀਜੇਪੀ ਨਾਲ ਨਹੀਂ ਹੈ, ਸਵਾਲ ਨਫ਼ਰਤ, ਕਿਸੇ ਨੂੰ ਬੀਜੇਪੀ ਨਾਲ ਨਫ਼ਰਤ ਨਹੀਂ ਹੈ, ਪਾਰਟੀ ਨਾਲ ਨਫ਼ਰਤ ਨਹੀਂ ਹੈ ਕਿਸੇ ਨੂੰ। ਸਵਾਲ ਇਹ ਹੈ ਕਿ ਤੁਸੀਂ ਕਰ ਕੀ ਰਹੇ ਹੋ। ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਦੀ ਅੱਜ ਵੀ ਚਰਚਾ ਕਰਦੇ ਆ ਲੋਕ, ਗੱਲ ਕਰਦੇ ਆ ਔਰ ਉਹਨਾਂ ਦੀ ਹਲੀਮੀ ਦੀ ਗੱਲ ਕਰਦੇ ਆ, ਉਹਨਾਂ ਦੀ ਸੰਸਦ 'ਚ ਦਿੱਤੇ ਹੋਏ ਭਾਸ਼ਣਾਂ ਦੀ ਗੱਲ ਹੁੰਦੀ ਹੈ। ਸਵਾਲ ਇਹ ਹੈ ਕਿ ਪਾਰਟੀ ਉਹੀ ਹੈ ਪਰ ਚਲਾਉਣ ਵਾਲਿਆਂ ਨੇ ਜਿਸ ਤਰੀਕੇ ਨਾਲ ਚਲਾਇਆ ਮੁਲਕ, ਤੁਸੀਂ ਡਿਜ਼ਰਵ ਨਹੀਂ ਕਰਦੇ ਇਸ ਤਰੀਕੇ ਨਾਲ ਮੁਲਕ ਚਲਾਉਣਾ। ਔਰ ਕੋਈ ਵੀ ਨਾਗਰਿਕ ਡਿਜ਼ਰਵ ਨਹੀਂ ਕਰਦਾ ਇਸ ਤਰੀਕੇ ਦੀ ਮੌਤ। ਤੁਸੀਂ ਮੁਲਕ ਦੇ ਵਿੱਚ ਇਸ ਤਰ੍ਹਾਂ ਮਰ ਜਾਓ, ਤੁਹਾਡੇ ਆਪਣੇ ਕੁਝ ਕਰ ਨਾ ਸਕਣ। ਔਰ ਖਾਸ ਤੌਰ ਤੇ ਪੰਜਾਬ ਦੇ ਵਿੱਚ ਸਾਨੂੰ ਦੇਖੋ, ਸਰਕਾਰ ਦੇ ਨਾਲ ਚੱਲੋ, ਸਰਕਾਰ ਦੀ ਮੰਨੋ, ਪਰ ਮੈਂ ਦੱਸ ਰਿਹਾ ਕਿ ਸਹੂਲਤਾਂ ਨਹੀਂ ਹੈਗੀਆਂ। ਅੱਜ ਪ੍ਰੈਸ਼ਰ ਨਹੀਂ ਹੈ ਤਾਂ ਤੁਹਾਨੂੰ ਪਤਾ ਨਹੀਂ ਲੱਗ ਰਿਹਾ। ਜਿਸ ਦਿਨ ਪ੍ਰੈਸ਼ਰ ਪਊਗਾ ਉਸ ਦਿਨ ਇਹੀ ਅੱਜ ਦਾ ਐਪੀਸੋਡ ਦੁਬਾਰਾ ਕੱਢ ਕੇ ਚਲਾਵਾਂਗੇ ਆਪਾਂ। ਉਸ ਦਿਨ ਪਤਾ ਨਾ ਪਵੇ, ਪਰਮਾਤਮਾ ਕਰੇ ਨਾ ਪਵੇ, ਪਰਮਾਤਮਾ ਕਰੇ ਹਾਲਾਤ ਨਾ ਆਉਣ, ਅਸੀਂ ਵਾਵਾ ਕਰੀ ਜਾਵਾਂਗੇ। ਅਸੀਂ ਕੈਪਟਨ ਅਮਰਿੰਦਰ ਸਿੰਘ ਦੀ ਵਾਵਾ ਤੇ ਪੂਰਾ ਅੱਧੇ ਘੰਟੇ ਦਾ ਇੱਕ ਪ੍ਰੋਗਰਾਮ ਕਰ ਦਿਆਂਗੇ ਕਿ ਕਮਾਲ ਕਰਤੀ। ਸਾਡੇ ਕੋਈ ਅਜਾਈ ਮੌਤ ਐਸੀ ਪੰਜਾਬ ਦੇ ਵਿੱਚ ਨਾ ਹੋਵੇ, ਆਕਸੀਜਨ ਦੀ ਲੋੜ ਹੀ ਨਾ ਪਵੇ, ਆਕਸੀਜਨ ਕੁਦਰਤ ਵੱਲੋਂ ਮਿਲ ਰਹੀ ਉਹਦੇ ਨਾਲ ਹੀ ਜਿਉਂਦੇ ਰਹਿ ਜਾਈਏ, ਕੰਸੈਂਟਰੇਟਰਸ ਦੀ ਲੋੜ ਹੀ ਨਾ ਪਵੇ। ਪਰ ਤਿਆਰੀ ਨਹੀਂ ਹੈ, ਇਹ ਬਹੁਤ ਵੱਡਾ ਫੈਕਟਰ ਹੈ। ਪ੍ਰੈਸ਼ਰ ਨਹੀਂ ਹੈ ਹਾਲੇ ਤੱਕ। ਜਿਸ ਦਿਨ ਪ੍ਰੈਸ਼ਰ ਪਊਗਾ, ਜੇ ਪਿਆ ਤਾਂ ਜੋ ਪਰਮਾਤਮਾ ਕਰੇ ਨਾ ਹੋਵੇ, ਉਸ ਦਿਨ ਪਤਾ ਲੱਗੂਗਾ ਕਿ ਸਰਕਾਰਾਂ ਦਰਅਸਲ ਇਹ 1 ਦਿਨ 'ਚ ਜਾਂ 2 ਦਿਨ 'ਚ ਮੈਡੀਕਲ ਫੈਸਿਲਿਟੀਆਂ ਨਹੀਂ ਬਦਲਦੀਆਂ ਹੁੰਦੀਆਂ ਰਮਨ ਜੀ। ਇਹ ਸਾਲਾਂ ਦੇ ਸਾਲ ਪਲੈਨਿੰਗਸ ਹੁੰਦੀਆਂ। ਬਿਲਕੁਲ ਸਹੀ। ਔਰ ਇੱਥੇ ਕਮਜ਼ੋਰ ਰਹੇ ਹਾਂ ਅਸੀਂ ਇਹਨਾਂ ਪਲੈਨਿੰਗਸ। ਔਰ ਇਹ ਚੀਜ਼ ਮੰਨਣ ਵਾਲੀ ਹੈਗੀ ਆ ਕਿ ਜਿਹੜੇ ਦੇਸ਼ਾਂ ਨੂੰ ਅਸੀਂ ਵੈਕਸੀਨੇਸ਼ਨ ਪ੍ਰੋਵਾਈਡ ਕੀਤੀ ਆ, ਉਹ ਦੇਸ਼
ਮੁੜ ਕੇ ਸਾਨੂੰ ਜਿਹੜੀ ਆ ਮਦਦ ਆਫਰ ਕਰ ਰਹੇ ਆ ਕਿ ਅਸੀਂ ਤੁਹਾਡੀ ਸਹਾਇਤਾ ਕਰਦੇ ਆ, ਚਾਹੇ ਉਹ ਕ੍ਰਿਕਟ ਦੀਆਂ ਟੀਮਾਂ ਹੋਣ, ਚਾਹੇ ਕੁਝ ਵੀ। ਭਾਰਤ ਦੇ ਹਾਲਾਤ ਜਿਹੜੇ ਆ ਇਹਨਾਂ ਚੀਜ਼ਾਂ ਤੋਂ ਕਿਤੇ ਨਾ ਕਿਤੇ ਸਾਹਮਣੇ ਆ ਜਾਂਦੇ ਆ। ਤੇ ਦੂਜੇ ਪਾਸੇ ਜੇ ਗੱਲ ਕਰੀਏ ਸਿਹਤ ਸਹੂਲਤਾਂ ਦੀ, ਤੇ ਉਹੀ ਚੀਜ਼ ਹੈਗੀ ਹੈ ਕਿ ਲੋਕਾਂ ਨੇ ਕਿਤੇ ਨਾ ਕਿਤੇ ਸਿਮਰਨ ਸਰ ਇਸ ਚੀਜ਼ ਦਾ ਸਾਥ ਦਿੱਤਾ। ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਜੇ ਬਿਠਾਇਆ ਗਿਆ ਅੰਦਰ ਤਾੜ ਕੇ ਉਹਨਾਂ ਨੂੰ, ਉਹ ਬੈਠੇ ਹਰ ਇੱਕ ਤਰੀਕੇ ਨਾਲ ਪਾਲਣ ਕੀਤਾ। ਪਰ ਵਾਪਸ 1 ਸਾਲ ਬਾਅਦ ਜਦੋਂ 1 ਸਾਲ ਬੀਤ ਗਿਆ ਇਸ ਮਹਾਮਾਰੀ ਦੇ ਦੂਜੇ ਗੇੜ ਦੇ ਵਿੱਚ ਇਸ ਤਰੀਕੇ ਨਾਲ ਮਹਾਮਾਰੀ ਸਾਹਮਣੇ ਆਈ, ਤੇ ਸਹੂਲਤਾਂ ਦੀ ਆਸ ਹੁਣ ਵੀ ਨਹੀਂ ਕਰਨੀ ਚਾਹੀਦੀ। ਆਪਦਾ ਖਿਆਲ ਆਪ ਰੱਖੋ, ਬੇਹੱਦ ਫਿਕਰ ਰੱਖੋ ਆਪਣਾ ਤੇ ਆਪਣੇ ਨਾਲਦਿਆਂ ਦਾ। ਛੋਟੀਆਂ ਮੋਟੀਆਂ ਖੁਸ਼ੀਆਂ ਵਿਆਹ ਸ਼ਾਦੀਆਂ ਦੇ ਵਿੱਚ ਸ਼ਾਮਲ ਹੋਣ ਦੀ ਬਜਾਏ ਘਰੇ ਬੈਠੋ। ਇਹ ਚੀਜ਼ਾਂ ਤਾਂ ਹੀ ਸੋਹਣੀਆਂ ਲੱਗਦੀਆਂ। ਕਹਿੰਦੇ ਹੁੰਦੇ ਆ ਕਿ ਜੀ ਹੈ ਤੇ ਜਹਾਨ ਹੈ, ਤੇ ਜੇ ਤੁਹਾਡੀ ਜਾਨ ਸਲਾਮਤ ਹੈ ਤੇ ਫਿਰ ਹੀ ਤੁਹਾਨੂੰ ਜਿਹੜੀਆਂ ਖੁਸ਼ੀਆਂ ਉਹ ਸ਼ੋਭਾ ਦਿੰਦੀਆਂ। ਇਸ ਵੇਲੇ ਆਪਣਾ ਖਿਆਲ ਬੇਹੱਦ ਰੱਖੋ। ਸਰਕਾਰਾਂ ਕੋਲੇ ਕੁਝ ਵੀ ਨਹੀਂ ਆ, ਖਾਸ ਤੌਰ ਤੇ ਰਜਿੰਦਰਾ ਹਸਪੀਟਲ ਦੀਆਂ ਜੇ ਕਵਰੇਜ ਤੁਸੀਂ ਖੋਲ ਕੇ ਦੇਖੋ ਔਨ 에ਅਰ ਦੇ ਉੱਤੇ, ਤੇ ਮੁੱਖ ਮੰਤਰੀ ਸਾਹਿਬ ਦੇ ਆਪਦੇ ਸ਼ਹਿਰ ਦੇ ਵਿੱਚ ਆਪਦੇ ਹਸਪੀਟਲ ਦੇ ਵਿੱਚ ਆਹ ਹਾਲਾਤ ਤੇ ਦੂਜਿਆਂ ਹਸਪਤਾਲਾਂ ਦੇ ਵਿੱਚ ਕਿਹੋ ਜਿਹੀਆਂ ਸਿਹਤ ਸਹੂਲਤਾਂ ਹੋਣਗੀਆਂ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ। ਫਿਲਹਾਲ ਦੇ ਲਈ ਦਿਓ ਇਜਾਜ਼ਤ, ਸ਼ੁਕਰੀਆ।